ਨੌਜਵਾਨਾਂ ਦਾ ਸਿਆਸਤ ਦੇ ਵਿੱਚ ਰੁਝਾਨ ਖਾਸਾ ਹੈ, ਪਰ ਕਿੱਥੇ ਜੇ ਖੜੀ ਦੇਖਦੇ ਹੋ ਪੰਜਾਬ ਦੀ ਸਿਆਸਤ ਨੂੰ, ਜਾਂ ਪੰਜਾਬ ਦੇ ਨੌਜਵਾਨ ਜਦੋਂ ਐਂਟਰੀ ਕਰਦੇ ਤਾਂ ਕੀ ਸੋਚ ਕੇ ਐਂਟਰੀ ਕਰਦੇ ਸਿਆਸਤ ਦੇ? ਮੇਰਾ ਪਹਿਲਾਂ ਸਿਆਸਤ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਪਿੰਡ ਦੇ ਨੌਜਵਾਨਾਂ ਨੇ, ਮੈਂ ਕੋਈ ਉਦੋਂ 23 ਸਾਲ ਦਾ ਸੀ ਜਦੋਂ ਸਰਪੰਚ ਬਣਿਆ 2003 ਦੇ ਵਿੱਚ। ਮੈਨੂੰ ਚੇਤਾ ਇਸ ਗੱਲ ਦਾ ਵੀ ਇਲੈਕਸ਼ਨ ਤੋਂ ਬਾਅਦ ਜਦੋਂ ਮੈਂ ਸਰਪੰਚ ਬਣ ਜਾਂਦਾ ਤੇ ਮੈਨੂੰ ਇਹਨਾਂ ਨੇ ਕੋਈ ਆਨੇ ਬਹਾਨੇ ਲਾ ਕੇ ਵੀ ਮੁਅੱਤਲ ਕਰਾ ਦਿੱਤਾ। ਇਹ ਸਨ 2004 ਦੇ ਵਿੱਚ, 2003 ਦੇ ਜੂਨ 'ਚ ਮੈਂ ਬਣਦਾ, 2004 'ਚ ਇਹਨਾਂ ਨੇ ਮੈਨੂੰ ਮੁਅੱਤਲ ਕਰਾ ਦਿੱਤਾ। ਮੈਂ ਵੀਡੀਓ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਕੀ ਕਾਰਨ ਹੋਇਆ? ਕਹਿੰਦਾ ਯਾਰ ਤੁਹਾਡਾ ਮੰਤਰੀ ਆ, ਉਦੋਂ ਮੰਤਰੀ ਸਾਡੇ ਹੁੰਦੇ ਸੀ ਚੌਧਰੀ ਜਗਜੀਤ ਸਿੰਘ ਜੀ, ਵੀ ਤੁਸੀਂ ਉਹਨਾਂ ਨੂੰ ਮਿਲ ਲਓ। ਮੈਂ ਕਿਹਾ ਵੀ ਐਂ ਨੱਪ ਕੇ ਤਾਂ ਨਹੀਂ ਜਾਵਾਂਗੇ ਹੁਣ, ਵੀ ਜੇ ਉਹ ਮੈਨੂੰ ਦਬਾ ਕੇ ਸੱਦਣਾ ਚਾਹੁੰਦਾ ਫਿਰ ਤਾਂ ਨਹੀਂ ਜਾਊਂਗਾ। ਐਲੀਗੇਸ਼ਨ ਤੇ ਇਹਨਾਂ ਨੂੰ ਲੱਭਾ ਕੋਈ ਨਹੀਂ, ਕਿਉਂਕਿ ਉਸ ਟਾਈਮ ਜਿੰਨੇ ਕੁ ਪਿੰਡ ਦੇ ਪੈਸੇ ਲਾਏ ਅਸੀਂ ਕੋਲੋਂ ਲਾਏ। ਐਲੀਗੇਸ਼ਨ ਕੀ ਲੱਭਾ? ਆੜੀ ਸੋਣੀ ਦਾ ਇਜਲਾਸ। ਉਸ ਇਜਲਾਸ ਦੇ ਵਿੱਚ ਵਿਕਰਮ ਜੀ ਇਹਨਾਂ ਨੇ ਮੈਨੂੰ ਸਸਪੈਂਡ ਕਰਾ ਲਿਆ। 1.5 ਸਾਲ ਚੰਡੀਗੜ੍ਹ ਦੇ ਉਹ ਗੇੜੇ ਮਰਾਏ। ਤੇ ਉਹਦੇ ਵਿੱਚ ਮੈਂ ਤੁਹਾਨੂੰ ਐਂਡ ਤੇ ਇਸ ਗੱਲ ਦੇ ਵਿੱਚ ਤੁਸੀਂ ਵੀ ਇਹ ਗੱਲ ਸੋਚ ਕੇ ਹੈਰਾਨੀ ਹੋਊਗੀ ਵੀ ਮੈਨੂੰ ਉੱਥੋਂ ਇੱਕ ਇਹਨਾਂ ਦਾ ਚੌਂਕੀਦਾਰ ਮਿਲਿਆ। ਮੈਨੂੰ ਕਹਿੰਦਾ ਵੀਰ ਵੀ ਮੈਂ ਤੇਰੀ ਹੈਲਪ ਕਰ ਸਕਦਾ। ਮੈਂ ਕਿਹਾ ਯਾਰ ਕੀ ਕਰ ਸਕਦਾ ਹੈਲਪ? ਕਹਿੰਦਾ ਮੈਂ ਬਹਾਲ ਕਰਾ ਦੂੰਗਾ। ਚੌਂਕੀਦਾਰ ਮੈਨੂੰ ਕਹਿੰਦਾ। ਮੈਂ ਕਿਹਾ ਯਾਰ ਕਰਵਾ ਦੇ। ਕਹਿੰਦਾ ਵੀ ਮੈਂ 3000 ਰੁਪਇਆ। ਮੈਂ ਕਿਹਾ ਯਾਰ ਰੁਪਈਆ ਤੈਨੂੰ ਮੈਂ ਦੇਣਾ 50,000 ਜੇ ਤੂੰ ਕਰਾ ਸਕਦਾ। ਤੇ ਵਾਕਿਆ ਹੀ ਹੈਰਾਨੀ ਦੀ ਗੱਲ ਇਹ ਹੁੰਦੀ ਆ ਵੀ ਉਹਨੇ ਸ਼ਾਮ ਨੂੰ 5 ਵਜੇ ਮੈਨੂੰ ਬਹਾਲੀ ਦੇ ਆਰਡਰ ਦੇ ਇੱਕ ਚੌਂਕੀਦਾਰ ਨੂੰ। ਯਾਨੀ ਕਿ ਕਰਪਸ਼ਨ ਤਾਂ ਫਿਰ ਤੁਹਾਨੂੰ ਲੱਗਿਆ ਨਹੀਂ ਕਿ ਤੁਸੀਂ ਵੀ ਕੀਤੀ ਹੈ? 3000 ਤੋਂ ਮੰਗੀ 50,000 ਰੁਪਏ। ਇਹ ਕਰਪਸ਼ਨ ਨਹੀਂ ਸੀ, ਉਹਨੇ ਵਿਚਾਰੇ ਨੇ ਆਪਣੀ ਲੋੜ ਦੇ ਮੁਤਾਬਕ ਮੰਗੇ। ਉਹਨੇ ਅਹਿਸਾਸ ਕਰਾਇਆ ਮੈਨੂੰ ਵੀ ਜਿੱਥੇ ਤੂੰ ਇਹਨਾਂ ਮਗਰ ਭੱਜਾ ਫਿਰਦਾ ਵੀ ਇਹ 2-3 ਹਜ਼ਾਰ ਦਾ ਕੰਮ ਆ ਤਾਂ ਤੂੰ ਕਮਲਾ ਹੋਇਆ ਫਿਰਦਾ ਨਾ ਮਗਰ। ਮੈਂ ਉਹਨੂੰ ਕੋਈ ਇਹ ਨਹੀਂ ਸੀ ਵੀ ਮੈਂ ਉਹਨੂੰ ਕੋਈ ਰਿਸ਼ਵਤ ਦੇਣ ਦੇ ਨੀਤ ਨਾਲ ਦਿੱਤੇ ਪੈਸੇ, ਮੈਂ ਤਾਂ ਉਹਨੂੰ ਆਪਣੀ ਖੁਸ਼ੀ ਨਾਲ ਦਿੱਤੇ। ਉਹ ਮੇਰੇ ਤੋਂ ਲੱਖ ਵੀ ਮੰਗ ਲੈਂਦਾ ਤਾਂ ਮੈਂ ਲੱਖ ਵੀ ਦੇਣਾ ਹੀ ਸੀ ਉਹਨੂੰ, ਕਿਉਂਕਿ ਇੰਨੇ ਕੁ ਤਾਂ ਵਕੀਲ ਲੈ ਗਿਆ ਮੇਰੇ ਤੋਂ। ਜਦੋਂ ਮੈਂ ਫੈਸਲਾ ਕਰ ਲਿਆ ਵੀ ਮੈਂ ਇਹਨਾਂ ਦੇ ਨਾਲ ਰਹਿਣਾ, ਵੀ ਇਹਨਾਂ ਨੇ ਇੰਨਾ ਜਲੀਲ ਕੀਤਾ ਇਸ ਗੱਲ ਦੇ ਵਿੱਚ, ਤੇ ਮੈਂ ਉਦੋਂ ਸ਼ਾਮ ਨੂੰ ਅਕਾਲੀ ਦਲ ਜੁਆਇਨ ਕਰ ਲਿਆ ਵੀ ਨਹੀਂ ਯਾਰ ਇਹਨਾਂ ਦੀ ਵਿਰੋਧਤਾ ਕੱਟ ਕੇ। ਹਾਲੇ 2 ਸਾਲ ਸਰਕਾਰ ਦੇ ਪਏ ਸੀ ਤੇ ਚੌਧਰੀ ਜਗਜੀਤ ਸਿੰਘ ਹੁਣਾਂ ਦਾ ਬੋਲਬਾਲਾ ਵੀ ਚੰਗਾ ਸੀ, ਸਾਰਿਆਂ ਨੂੰ ਪਤਾ ਵੀ ਲੋਕਲ ਬਾਡੀ ਮਿਨਿਸਟਰ ਹੁੰਦਾ। ਜਿੱਦਣ ਮੈਂ ਜੁਆਇਨ ਕਰਦਾ, ਜਿਹੜੇ ਕੇਸ ਦੇ ਵਿੱਚ ਮੈਨੂੰ 3 ਸਾਲ ਪੁਲਿਸ ਨੇ ਪੁੱਛਿਆ ਤੱਕ ਨਹੀਂ ਸੀ, ਤੇ ਜਿੱਦਣ ਮੈਂ ਅਕਾਲੀ ਦਲ ਜੁਆਇਨ ਕੀਤਾ ਮੈਨੂੰ ਉਦਣ ਹੀ 5:30 ਵਜੇ ਪ੍ਰੋਗਰਾਮ ਨਿਬੜਿਆ ਤੇ 6:30 ਵਜੇ ਅਸੀਂ ਘਰ ਨੂੰ ਚਲੇ ਗਏ ਤੇ ਰਾਤ ਨੂੰ ਆ ਕੇ ਪੁਲਿਸ ਚੱਕ ਲਗੀ। ਉਸ ਤੋਂ ਬਾਅਦ ਇਹਨਾਂ ਨੇ ਸਾਰੀ ਇਲੈਕਸ਼ਨ ਮੇਰੀ ਅੰਦਰ ਹੀ ਕਢਾਈ ਸਰ, ਜਾਣੀ ਕਿ ਵੋਟਾਂ ਵੀ ਮੈਂ ਅੰਦਰ ਬਹਿ ਕੇ ਹੀ ਦੇਖੀਆਂ। ਸ਼ਹੀਦੇ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਹੁਣਾਂ ਦੀ ਧਰਤੀ ਪੰਜਾਬ ਦੀ ਇਸ ਧਰਤੀ ਦੇ ਨੌਜਵਾਨਾਂ ਦਾ ਜ਼ਿਆਦਾ ਰੁਝਾਨ ਅੱਜਕੱਲ੍ਹ ਵਿਦੇਸ਼ਾਂ ਵੱਲ ਹੈ। ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਦੀਆਂ ਤਾਂ ਪੰਜਾਬੀਆਂ ਨੂੰ ਨਸ਼ੇ ਦੇ ਨਾਲ ਜੋੜ ਦਿੱਤਾ ਜਾਂਦਾ। ਪੰਜਾਬ ਦੇ ਨੌਜਵਾਨਾਂ ਦਾ ਅੱਜਕੱਲ੍ਹ ਰੁਝਾਨ ਕੀ ਹੈ? ਪੰਜਾਬ ਦੇ ਨੌਜਵਾਨ ਕੀ ਕਰ ਰਹੇ ਨੇ, ਕੀ ਕਰਨਾ ਚਾਹੁੰਦੇ ਨੇ? ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਨਸ਼ੇ ਦੇ ਨਾਲ ਜਾਂ ਗੈਂਗਸਟਰ ਵਾਲੀ ਨਜ਼ਰ ਦੇ ਨਾਲ ਕਿਉਂ ਦੇਖਿਆ ਜਾਣ ਲੱਗਿਆ? ਤਮਾਮ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ, ਕਿਉਂਕਿ ਪੰਜਾਬ ਦੇ ਨੌਜਵਾਨ ਸਿਆਸਤ ਦੇ ਵਿੱਚ ਵੀ ਖਾਸੇ ਸਰਗਰਮ ਨੇ। ਔਰ ਕਿਹਾ ਜਾ ਰਿਹਾ ਅੱਜਕੱਲ੍ਹ ਕਿ ਜ਼ਿਆਦਾਤਰ ਜਿਹੜੇ ਗੈਂਗਸਟਰ ਪਿਛਲੇ ਦਿਨਾਂ ਦੇ ਵਿੱਚ ਬਣੇ ਆ ਉਹ ਸਿਆਸਤ ਨੇ ਹੀ ਬਣਾਏ ਆ, ਸਿਆਸਤਦਾਨਾਂ ਨੇ ਬਣਾਏ ਆ। ਔਰ ਇਸ ਲਾਈਨ ਦੇ ਵਿੱਚ ਜੋ ਐਂਟਰੀ ਨੌਜਵਾਨਾਂ ਦੀ ਹੋਈ, ਉਹਨਾਂ ਨੂੰ ਵਰਤਿਆ ਗਿਆ ਹਥਿਆਰ ਦੀ ਤਰ੍ਹਾਂ, ਔਰ ਕੁਝ ਨੌਜਵਾਨ ਮਾਰੇ ਗਏ, ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ। ਤਮਾਮ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਜਲੰਧਰ ਦੇ ਸਾਡੇ ਨਾਲ ਮੌਜੂਦ ਨੇ ਤਜਿੰਦਰ ਸਿੰਘ ਨਿੱਜਰ। ਗੱਲਬਾਤ ਕਰਦੇ ਨੇ। ਨਿੱਜਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸਾਰੇ ਪ੍ਰੋ ਪੰਜਾਬ ਦੇ ਜਿੰਨੇ ਵੀ ਦਰਸ਼ਕ ਆ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਿੱਜਰ ਸਾਹਿਬ, ਮੇਰੀ ਕੋਸ਼ਿਸ਼ ਹੈ ਕਿ ਤਮਾਮ ਲੋਕਾਂ ਦੇ ਨਾਲ, ਸਿਆਸਤਦਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਇਸੇ ਲਈ ਗਰਾਊਂਡ ਚੁਣਿਆ ਕਿਉਂਕਿ ਜੋ ਖੇਲਣ ਦੀ ਉਮਰ ਹੁੰਦੀ ਹੈ, ਸੁਪਨੇ ਲੈਣ ਦੀ ਉਮਰ ਹੁੰਦੀ ਹੈ। ਔਰ ਇਸੇ ਸਟੇਡੀਅਮ, ਜਲੰਧਰ ਦੇ ਸਟੇਡੀਅਮ ਦੇ ਵਿੱਚ ਅਸੀਂ ਬੈਠੇ ਉੱਥੇ ਗੱਲਬਾਤ ਕਰ ਰਹੇ ਹਾਂ ਨਿੱਜਰ ਸਾਹਿਬ ਨਾਲ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ, ਐਕਟਿਵ ਹੋ ਤੁਸੀਂ ਵੀ ਪੋਲੀਟਿਕਸ ਦੇ ਵਿੱਚ, ਨੌਜਵਾਨਾਂ ਦਾ ਸਿਆਸਤ ਦੇ ਵਿੱਚ ਰੁਝਾਨ ਖਾਸਾ ਹੈ, ਪਰ ਕਿੱਥੇ ਜੇ ਖੜੀ ਦੇਖਦੇ ਹੋ ਪੰਜਾਬ ਦੀ ਸਿਆਸਤ ਨੂੰ, ਜਾਂ ਪੰਜਾਬ ਦੇ ਨੌਜਵਾਨ ਜਦੋਂ ਐਂਟਰੀ ਕਰਦੇ ਤਾਂ ਕੀ ਸੋਚ ਕੇ ਐਂਟਰੀ ਕਰਦੇ ਸਿਆਸਤ ਦੇ ਵਿੱਚ? ਦੇਖੋ, ਜਿਹੜਾ ਆਪਾਂ ਪਿਛਲੇ ਦਿਨਾਂ ਤੋਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਨੌਜਵਾਨ ਕਈ ਪਾਉਂਦੇ ਰਹਿੰਦੇ ਆ ਵੀ ਸਾਨੂੰ ਲੀਡਰਾਂ ਨੇ ਖਿੱਚ ਲਿਆ ਇੱਧਰ ਨੂੰ ਜਾਂ ਗੈਂਗਸਟਰ ਬਣਾਤਾ। ਚਲੋ ਕੁਛ ਹੱਦ ਤੱਕ ਉਹਨਾਂ ਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਪਰ ਜੇ ਦੇਖਿਆ ਜਾਵੇ ਤਾਂ ਬੰਦੇ ਦੀ ਆਪਣੀ ਤਮੰਨਾ ਹੁੰਦੀ ਹੈ ਇਸ ਗੱਲ ਦੀ ਵੀ ਮੈਂ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਸਕਸੈਸਫੁਲ ਹੋਵਾਂ। ਚਾਹੇ ਮੈਂ ਆਪਣਾ ਹੀ ਲਾ ਲਵਾਂ ਇਸ ਗੱਲ ਦੇ ਵਿੱਚ। ਸਾਡੇ ਵੀ ਮਨ ਦੇ ਵਿੱਚ ਬੜਾ ਸੀ, ਕਿਉਂਕਿ ਨੋਰਮਲ ਪਿੰਡ ਦੇ ਪਹਿਲਾਂ ਸਰਪੰਚ ਬਣਿਆ। ਸਰਪੰਚ ਬਣਨ ਤੋਂ ਬਾਅਦ ਇਹ ਮੇਰੀ ਕੁਛ ਕਹਾਣੀ ਆਪਣੀ ਆ ਵੀ ਇਹ ਨਹੀਂ ਮੈਂ ਕਿਸੇ ਦੀ ਕਹਿ ਕੇ ਸੁਣਾਉਣ ਲੱਗਾ।
ਮੇਰਾ ਪਹਿਲਾਂ ਸਿਆਸਤ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਪਿੰਡ ਦੇ ਨੌਜਵਾਨਾਂ ਨੇ, ਮੈਂ ਕੋਈ ਉਦੋਂ 23 ਸਾਲ ਦਾ ਸੀ ਜਦੋਂ ਸਰਪੰਚ ਬਣਿਆ ਜੀ 2003 ਦੇ ਵਿੱਚ। ਉੱਥੇ ਸਿਆਸਤ ਨੇ ਕਿੱਦਾਂ ਲਜਾਇਆ, ਸਿਆਸਤ ਨੇ ਇਦਾਂ ਦੇ ਲਜਾਤਾ ਵੀ ਸਰਪੰਚੀ ਦੀ ਚੋਣ ਤੋਂ ਬਾਅਦ ਇਹ ਫਿਰ ਇਹਨਾਂ ਦਾ ਦਾਇਰਾ ਹੁੰਦਾ ਨਾ ਵੀ ਸਾਡੇ ਤੱਕ ਤੁਸੀਂ ਕਿੱਦਾਂ ਰਹਿਣਾ ਕਿੱਦਾਂ ਨਹੀਂ ਰਹਿਣਾ, ਵੀ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ। ਵੀ ਜੇ ਤੁਸੀਂ ਇੱਕ MLA ਤੁਹਾਡੇ ਨਾਲ ਰੱਖਦੇ ਆ, ਜੇ ਤੁਸੀਂ ਕਿਸੇ ਦੂਜੇ ਨਾਲ ਰੱਖਣ ਲੱਗ ਜਾਂਦੇ ਆ ਵੀ ਹੈਲੋ ਹਾਏ ਹੈਲੋ ਹੀ ਰੱਖਣ ਲੱਗ ਜਾਂਦੇ ਆ, ਇਹ ਉਹਦੇ ਤੋਂ ਵੀ ਘृणा ਕਰਨ ਲੱਗ ਜਾਂਦੇ। ਮੈਨੂੰ ਚੇਤਾ ਇਸ ਗੱਲ ਦਾ ਵੀ ਇਲੈਕਸ਼ਨ ਤੋਂ ਬਾਅਦ ਜਦੋਂ ਮੈਂ ਸਰਪੰਚ ਬਣ ਜਾਂਦਾ ਤੇ ਮੈਨੂੰ ਇਹਨਾਂ ਨੇ ਕੋਈ ਆਨੇ ਬਹਾਨੇ ਲਾ ਕੇ ਵੀ ਮੁਅੱਤਲ ਕਰਾਤਾ। ਕਿਹੜੇ ਸੰਨ ਦੀ ਗੱਲ? ਇਹ ਸਨ 2004 ਦੇ ਵਿੱਚ। 2003 ਦੇ ਜੂਨ 'ਚ ਮੈਂ ਬਣਦਾ, 2004 'ਚ ਇਹਨਾਂ ਨੇ ਮੈਨੂੰ ਮੁਅੱਤਲ ਕਰਾਤਾ। ਮੈਂ ਜਾ ਕੇ ਕਾਰਨ ਤਾਂ ਪੁੱਛਣਾ ਹੀ ਆ, ਮੈਂ ਵੀਡੀਓ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਕੀ ਕਾਰਨ ਹੋਇਆ? ਕਹਿੰਦਾ ਯਾਰ ਤੁਹਾਡਾ ਮੰਤਰੀ ਆ, ਉਦੋਂ ਮੰਤਰੀ ਸਾਡੇ ਹੁੰਦੇ ਸੀ ਚੌਧਰੀ ਜਗਜੀਤ ਸਿੰਘ ਜੀ ਹੁਣੀ, ਵੀ ਤੁਸੀਂ ਉਹਨਾਂ ਨੂੰ ਮਿਲ ਲਓ। ਮੈਂ ਕਿਹਾ ਵੀ ਐਂ ਨੱਪ ਕੇ ਤਾਂ ਨਹੀਂ ਜਾਵਾਂਗੇ ਹੁਣ, ਵੀ ਜੇ ਉਹ ਮੈਨੂੰ ਦਬਾ ਕੇ ਸੱਦਣਾ ਚਾਹੁੰਦਾ ਫੇਰ ਤਾਂ ਨਹੀਂ ਜਾਊਂਗਾ। ਵੀ ਉੱਦਾਂ ਕੋਈ ਗੱਲ ਹੈਗੀ, ਕੋਈ ਪਿਆਰ ਨਾਲ ਬੰਦਾ ਬਿਠਾ ਕੇ ਸਮਝਾ ਸਕਦਾ ਵੀ ਤੁਸੀਂ ਇੱਦਾਂ ਨਾ ਕਰੋ ਜਾਂ ਇੱਦਾਂ ਨਾ ਕਰੋ ਨਾ। ਮੈਂ ਨਹੀਂ ਗਿਆ ਜੀ ਉਹਨਾਂ ਕੋਲ। ਉਹਦੇ ਤੋਂ ਬਾਅਦ ਐਂਟਰੀ ਹੁੰਦੀ ਆ ਇੱਥੇ ਦੇ ਕੋਈ ਦਿਗਜ ਨੇਤਾ ਜਿਹੜੇ ਜਲੰਧਰ ਦੇ ਰਹੇ ਉਸ ਟਾਈਮ ਦੇ, ਕਾਫੀ ਇਹਨਾਂ ਨੇ ਜ਼ੋਰ ਅਜਮਾਇਸ਼ ਕੀਤੀ ਵੀ ਇੱਕ ਸਰਪੰਚੀ ਬਹਾਲ ਕਰਾਉਣ ਲਈ। ਇਹਨਾਂ ਨੇ ਜਾਣੀ ਕਿ ਮੈਨੂੰ 1.5 ਸਾਲ ਇੱਦਾਂ ਸ਼ਦਾਈ ਬਣਾਇਆ ਨਾ ਵੀ ਇੱਕ ਹਾੜੀ ਸੌਣੀ ਦਾ ਇਜਲਾਸ ਨਹੀਂ ਪਾਇਆ। ਉਸ ਚੱਕਰ ਦੇ ਵਿੱਚ ਇਹਨਾਂ ਨੇ ਮੈਨੂੰ ਮੁਅੱਤਲ ਕਰਾ ਲਿਆ। ਆਪਣੇ ਆਪ ਜਾਂ ਤਾਂ ਕੋਈ ਕਰਪਸ਼ਨ ਕੀਤੀ ਹੋਵੇ ਬੰਦੇ ਨੇ, ਵੀ ਆਪਾਂ ਕਹਿ ਦਿੰਦੇ ਵੀ ਐਲੀਗੇਸ਼ਨ ਲਾ ਦਿੰਦੇ ਵੀ ਇਹ ਸਰਪੰਚ ਪੈਸੇ ਖਾ ਗਿਆ। ਐਲੀਗੇਸ਼ਨ ਤਾਂ ਇਹਨਾਂ ਨੂੰ ਲੱਭਾ ਕੋਈ ਨਹੀਂ, ਕਿਉਂਕਿ ਉਸ ਟਾਈਮ ਜਿੰਨੇ ਕੁ ਪਿੰਡ 'ਤੇ ਪੈਸੇ ਲਾਏ ਅਸੀਂ ਕੋਲੋਂ ਲਾਏ ਆਪਣੇ। ਐਲੀਗੇਸ਼ਨ ਕੀ ਲੱਭਾ? ਹਾੜੀ ਸੌਣੀ ਦਾ ਇਜਲਾਸ। ਉਸ ਇਜਲਾਸ ਦੇ ਵਿੱਚ ਵਿਕਰਮ ਜੀ ਇਹਨਾਂ ਨੇ ਮੈਨੂੰ ਸਸਪੈਂਡ ਕਰਾ ਲਿਆ। 1.5 ਸਾਲ ਚੰਡੀਗੜ੍ਹ ਦੇ ਉਹ ਗੇੜੇ ਮਰਾਏ। ਅਤੇ ਉਹਦੇ ਵਿੱਚ ਮੈਂ ਤੁਹਾਨੂੰ ਐਂਡ 'ਤੇ ਇਸ ਗੱਲ ਦੇ ਵਿੱਚ ਤੁਸੀਂ ਵੀ ਇਹ ਗੱਲ ਸੋਚ ਕੇ ਹੈਰਾਨੀ ਹੋਊਗੀ ਵੀ ਮੈਨੂੰ ਉੱਥੋਂ ਇੱਕ ਇਹਨਾਂ ਦਾ ਚੌਂਕੀਦਾਰ ਮਿਲਿਆ। ਮੈਨੂੰ ਕਹਿੰਦਾ ਵੀਰ ਵੀ ਮੈਂ ਤੇਰੀ ਹੈਲਪ ਕਰ ਸਕਦਾ। ਮੈਂ ਕਿਹਾ ਯਾਰ ਕੀ ਕਰ ਸਕਦਾ ਹੈਲਪ ਤੂੰ? ਕਹਿੰਦਾ ਮੈਂ ਬਹਾਲ ਕਰਾ ਦੂੰ ਤੈਨੂੰ। ਚੌਂਕੀਦਾਰ ਮੈਨੂੰ ਕਹਿੰਦਾ। ਮੈਂ ਕਿਹਾ ਯਾਰ ਕਰਵਾ ਦੇ। ਕਹਿੰਦਾ ਵੀ ਮੈਂ 3000 ਰੁਪਈਆ ਲਊਂ। ਹੁਣ ਉਹਨੂੰ ਕੀ ਪਤਾ ਸੀ ਉਹਦੇ ਲਈ, ਪਰ 3000 ਹੀ ਉਹਦੇ ਲਈ ਬਹੁਤ ਸੀ ਚੌਂਕੀਦਾਰ ਲਈ। ਤਾਂ ਮੈਂ ਕਿਹਾ ਯਾਰ ਰੁਪਈਆ ਤੈਨੂੰ ਮੈਂ ਦੇਣਾ 50000 ਜੇ ਤੂੰ ਕਰਾ ਸਕਦਾ। ਅਤੇ ਵਾਕਿਆ ਹੀ ਹੈਰਾਨੀ ਦੀ ਗੱਲ ਇਹ ਹੁੰਦੀ ਆ ਵੀ ਉਹਨੇ ਸ਼ਾਮ ਨੂੰ 5 ਵਜੇ ਮੈਨੂੰ ਬਹਾਲੀ ਦੇ ਆਰਡਰ ਦੇ ਦਿੱਤੇ, ਇੱਕ ਚੌਂਕੀਦਾਰ ਨੇ, ਜਿਹੜਾ ਕੰਮ ਮੰਤਰੀ ਨਹੀਂ ਕਰ ਸਕਿਆ, ਲੋਕਲ ਬਾਡੀ ਮਿਨਿਸਟਰ ਨਹੀਂ ਕਰ ਸਕਿਆ। ਮੈਨੂੰ ਮਿਲਾਇਆ ਕੁਛ ਵੀ ਨਹੀਂ। ਮੈਨੂੰ ਕਹਿੰਦਾ ਤੁਸੀਂ ਦੁਪਹਿਰ ਦੀ ਰੋਟੀ ਖਾ ਕੇ ਆਓ ਤਾਂ ਆਪਣੇ ਆਰਡਰ ਲੈ ਜਾਓ ਆ ਕੇ। ਮੈਂ ਹੈਰਾਨੀ ਦੀ ਗੱਲ ਆ ਵੀ ਇਸ ਮਹਿਕਮੇ ਦੇ ਵਿੱਚ ਚੌਧਰੀ ਜਗਜੀਤ ਸਿੰਘ ਹੋਣੀ ਮੈਨੂੰ ਨਾਲ ਲੈ ਕੇ ਲਾਲ ਸਿੰਘ ਕੋ ਗਏ ਜੀ ਇਹਨੂੰ ਬਹਾਲ ਕਰਨਾ ਆਪਾਂ। ਮੈਨੂੰ ਇੱਦਾਂ ਸ਼ੋਅ ਕਰਨ ਵੀ ਜਿੱਦਾਂ DC ਬਹਾਲ ਕਰਨਾ ਹੁੰਦਾ, ਵੀ ਸਰਪੰਚ ਦੀ ਪਾਵਰ। ਤਾਂ ਉਦੋਂ ਪਤਾ ਲੱਗੀ ਵੀ ਕੀ ਆ ਸਰਪੰਚ ਦੀ ਪਾਵਰ। ਵੀ ਪਿੰਡਾਂ ਦੇ ਕੰਮਾਂ ਨੂੰ ਆਪਾਂ ਜਿੰਨੀ ਤਰਹੀਜ਼ ਦਿੰਦੇ ਹਾਂ ਵੀ ਅਸੀਂ ਆਪਣੇ ਤੌਰ 'ਤੇ ਕਰਾਂਗੇ, ਪਰ ਇਹ ਘੜਮ ਚੌਧਰੀ ਆ ਵੀ ਮੰਤਰੀ ਇੰਨਾ ਕੁ ਆਪਣਾ ਇਹ 'ਤੇ ਦਬਦਬਾ ਸਮਝਦੇ ਆ ਵੀ ਸਾਡੇ ਤੋਂ ਬਿਨਾਂ ਕਿਤੇ ਪੱਤਾ ਨਾ ਹਿੱਲੇ। ਇਹ ਹਾਲਾਤ ਆ ਸਿਆਸਤ ਦੇ ਸਾਡੇ। ਵੀ ਨੌਜਵਾਨ ਇੰਨਾ ਸੌਖਾ ਨਾ ਸਮਝਣ ਵੀ ਜੇ ਆਪਾਂ ਕਿਸੇ ਵੱਲ ਦੇਖ ਲੈਂਦੇ ਹਾਂ ਵੀ ਇਹ ਸਿਆਸੀ ਪਰਿਵਾਰ, ਇਹ ਅੱਜ ਕੱਲ੍ਹ ਤਾਂ ਇਹ ਹੀ ਆ ਵੀ ਮੰਤਰੀ ਦਾ ਗਾਂ ਨਿਆਣਾ ਗਾਂ ਮੰਤਰੀ ਅਤੇ ਗਾਂ ਉਹਦਾ ਗਾਂ ਨਿਆਣਾ ਮੰਤਰੀ। ਇਸ ਪੋਜੀਸ਼ਨ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਸੁਣਵਾਈ ਆ ਉਹ ਬਹੁਤ ਦਿਖਾਵਾ। ਕਿ ਚਪੜਾਸੀ ਕਹਿ ਰਿਹਾ ਤੁਹਾਨੂੰ ਵੀ 3000 ਰੁਪਏ ਦਿਓ ਔਰ ਤੁਸੀਂ ਉਹਨੂੰ 50000 ਰੁਪਏ ਆਫਰ ਕਰ ਦਿੱਤੇ, ਫਿਰ ਉਸ ਤੋਂ ਬਾਅਦ ਦੇ ਦਿੱਤਾ ਤੁਹਾਨੂੰ ਉਸਨੇ, ਬਾਲੀ ਦੇ ਆਰਡਰ ਵੀ ਮਿਲ ਗਏ ਸ਼ਾਮ ਤੱਕ। ਮੈਂ ਤੁਹਾਨੂੰ ਦੱਸੀ ਨਾ ਵੀ ਮੇਰੇ ਨਾਲ ਤਾਂ ਅਚੰਭਾ ਹੋਇਆ ਕਿਸਮ ਦਾ ਵੀ ਇੱਕ ਲੋਕਲ ਬਾਡੀ ਮਿਨਿਸਟਰ, ਇੱਕ ਪੰਚਾਇਤ ਮੰਤਰੀ ਜੇ ਇਸ ਕੰਮ ਨੂੰ ਜ਼ੋਰ ਲਾਉਂਦੇ ਨੂੰ 1.5 ਸਾਲ ਉਹਨਾਂ ਨੇ ਮੇਰੇ ਕਢਾ ਦਿੱਤੇ। ਮੇਰਾ 1.5 ਲੱਖ ਦਾ ਤਾਂ ਤੇਰੀ ਲੱਗ ਗਿਆ ਹੋਣਾ ਚੰਡੀਗੜ੍ਹ ਦਾ। ਤਾਂ ਉਹਨੇ ਵਿਚਾਰੇ ਨੇ 3000 ਰੁਪਈਆ ਉਹਨੇ ਤਾਂ ਆਪਣੇ ਹਿਸਾਬ ਨਾਲ ਮੰਗਿਆ ਨਾ। ਇੱਕ ਚੌਂਕੀਦਾਰ ਆ ਵਿਚਾਰਾ, ਮੈਂ ਤਾਂ ਉਹਨੂੰ ਭੁੱਲ ਨਹੀਂ ਸਕਦਾ। ਉਹਦਾ ਕੋਈ ਭਗਤ ਨਾਂ ਸੀ ਕਰਕੇ ਬੰਦੇ ਦਾ। ਮੇਰੇ ਤਾਂ ਇੱਕ ਵਾਰ ਬਾਅਦ 'ਚ ਮੈਂ ਉਹਨੂੰ ਫੇਰ ਮਿਲਣ ਗਿਆ, ਬਾਅਦ 'ਚ ਵੀ ਮੈਂ ਉਹਨੂੰ ਸੇਵਾ ਪਾਣੀ ਦੇ ਕੇ ਆਇਆ ਉੱਦਾਂ ਹੀ ਪਿਆਰ ਨਾਲ। ਬਾਅਦ ਦੇ ਵਿੱਚ ਉਹ ਢਿੱਲਾ ਹੋ ਗਿਆ ਵਿਚਾਰਾ। ਬਾਅਦ ਦੇ ਵਿੱਚ ਵੀ ਉਹਨੂੰ ਮੈਂ ਜਿੱਦਾਂ ਸਮੇਂ-ਸਮੇਂ 'ਤੇ ਮੇਰੇ ਲਈ ਉਹ ਜਾਣੀ ਕਿ ਜਿੱਦਾਂ ਦਾ ਸਮਾਂ ਸੀ, ਕਿਉਂਕਿ ਸਰਪੰਚੀ ਸਿਰ ਦਾ ਤਾਜ ਹੁੰਦਾ ਤੁਹਾਡਾ, ਵੀ ਤੁਸੀਂ ਆਪਣੀ ਐਕਤ ਲਈ ਲੜੇ ਆ, ਜਿੱਤੇ ਆ। ਕਿਉਂਕਿ ਮੇਰੇ ਪਿੰਡ ਦੀ ਸਰਪੰਚੀ ਉਸ ਟਾਈਮ ਹੈ ਵੀ ਇਸੇ ਹਿਸਾਬ ਨਾਲ ਸੀ ਦੁਆਬੇ ਦੇ ਵਿੱਚੋਂ। ਮੈਨੂੰ ਤਾਂ ਇਸ ਗੱਲ ਦੇ ਵਿੱਚ ਹੈਰਾਨੀ ਆਈ ਅਤੇ ਉਸ ਤੋਂ ਬਾਅਦ ਮੈਂ ਮਨ ਧਾਰ ਲਿਆ ਸੀ ਵੀ ਮੈਂ ਦੱਸਣਾ ਚਾਹੁੰਦਾ ਵੀ ਮੈਂ ਪਹਿਲਾਂ ਕਾਂਗਰਸ 'ਚ ਸੀ। ਮੈਂ ਉਦੋਂ ਇਹ ਮਨ ਬਣਾ ਲਿਆ ਵੀ ਇਹਨਾਂ ਨਾਲ ਨਹੀਂ ਰਹਿਣਾ। ਵੀ ਜਿਹੜਾ ਸਾਡਾ ਮਾਣ ਸਤਿਕਾਰ ਆ ਇਹ ਸਾਨੂੰ ਇੱਦਾਂ ਰੋਲ ਸਕਦੇ ਆ, ਤਾਂ ਗਾਂ ਇਹਨਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ। ਅਤੇ ਵਿਰੋਧ ਹੋ ਕੇ ਫਿਰ ਡਟ ਕੇ ਵਿਰੋਧ ਕੀਤਾ। ਉਦੋਂ ਦਾ ਡਟ ਕੇ ਵਿਰੋਧ ਚੱਲਣ ਡਿਆ ਇਹਨਾਂ ਦੇ। ਤੁਹਾਨੂੰ ਲੱਗਿਆ ਨਹੀਂ ਕਿ ਕਰਪਸ਼ਨ ਤਾਂ ਫਿਰ ਤੁਹਾਨੂੰ ਲੱਗਿਆ ਨਹੀਂ ਕਿ ਤੁਸੀਂ ਵੀ ਕੀਤੀ ਹੈ? 3000 ਤੋਂ ਮੰਗੀ ਤੁਸੀਂ 50000 ਰੁਪਏ ਦਿੱਤੀ।
ਇਹ ਕਰਪਸ਼ਨ ਨਹੀਂ ਸੀ, ਇਹ ਉਹਨੇ ਵਿਚਾਰੇ ਨੇ ਆਪਣੀ ਲੋੜ ਦੇ ਮੁਤਾਬਕ ਮੰਗੇ। ਉਹਨੇ ਅਹਿਸਾਸ ਕਰਾਇਆ ਮੈਨੂੰ ਵੀ ਜਿੱਥੇ ਤੂੰ ਇਹਨਾਂ ਮਗਰ ਭੱਜਾ ਫਿਰਦਾ ਵੀ ਇਹ 2-3 ਹਜ਼ਾਰ ਦਾ ਕੰਮ ਆ ਤਾਂ ਤੂੰ ਕਮਲਾ ਹੋਇਆ ਫਿਰਦਾ ਨਾ ਮਗਰ। ਮੈਂ ਉਹਨੂੰ ਕੋਈ ਇਹ ਨਹੀਂ ਸੀ ਵੀ ਮੈਂ ਉਹਨੂੰ ਕੋਈ ਰਿਸ਼ਵਤ ਦੇਣ ਦੇ ਨੀਤ ਨਾਲ ਦਿੱਤੇ ਪੈਸੇ, ਮੈਂ ਤਾਂ ਉਹਨੂੰ ਆਪਣੀ ਖੁਸ਼ੀ ਨਾਲ ਦਿੱਤੇ ਵੀ ਯਾਰ ਜਿਹੜਾ ਤੂੰ 2-3 ਹਜ਼ਾਰ 'ਚ ਕਰਾ ਸਕਦਾ ਤੂੰ ਜਿੰਨੇ ਮਰਜ਼ੀ ਮੰਗ। ਉਹ ਮੇਰੇ ਤੋਂ ਲੱਖ ਵੀ ਮੰਗ ਲੈਂਦਾ ਤਾਂ ਮੈਂ ਲੱਖ ਵੀ ਦੇਣਾ ਹੀ ਸੀ ਉਹਨੂੰ, ਕਿਉਂਕਿ ਇੰਨੇ ਕੁ ਤਾਂ ਵਕੀਲ ਲੈ ਗਿਆ ਮੇਰੇ ਤੋਂ। ਉਹ 'ਤੇ ਮੈਂ ਸਟੇ ਵੀ ਲਈ। 50,000 ਤੋਂ ਘੱਟ ਤਾਂ ਤੁਸੀਂ ਜਾ ਕੇ ਚੰਡੀਗੜ੍ਹ ਵਕੀਲ ਨਹੀਂ ਕਰ ਸਕਦੇ। 50-60 ਹਜ਼ਾਰ ਵਕੀਲ ਨੇ ਲੈ ਲਿਆ। ਅਤੇ ਇੱਥੇ ਜੋ ਹੁੰਦਾ ਹਾਲਾਤ ਜੋ ਪੰਚਾਇਤ ਮਹਿਕਮੇ ਦੇ ਵਿੱਚ ਆ, ਇਹ ਤਾਂ ਇੰਨਾ ਕਰਪਟ ਮਹਿਕਮਾ, ਪੰਚਾਇਤੀ ਮਹਿਕਮਾ ਜਿਹੜਾ ਵੀ 20% ਤੇ ਉੱਦਾਂ ਹੀ ਤੁਹਾਡੇ ਤੋਂ ਆਪਣਾ ਲੈ ਜਾਂਦੇ ਆ ਹਰੇਕ ਪਿੰਡ ਦੇ ਵਿੱਚੋਂ। ਪੈਲੀ ਪਿੰਡ ਦੀ ਪੰਚਾਇਤ ਦੇ ਮਹਿਕਮੇ ਦੇ ਵਿੱਚ ਇਹ ਹਾਲਾਤ ਆ ਵੀ ਮੰਨ ਲਓ 10 ਕਿੱਲੇ ਆ, ਤੁਸੀਂ 30,000 ਨੂੰ ਚੜ੍ਹਾਤੀ, 3 ਲੱਖ ਰੁਪਈਆ ਤੁਹਾਡਾ ਬਣਿਆ, ਇਹਨਾਂ ਨੇ 20% ਉੱਦਾਂ ਹੀ ਲੈ ਜਾਣਾ ਮੇਨਟੇਨੈਂਸ ਦਾ ਕਹਿ ਕੇ। ਤਾਂ ਅੱਜ ਤੱਕ ਤੁਸੀਂ ਜਾ ਕੇ ਕਿਸੇ ਵੀ ਵੀਡੀਓ ਦਫ਼ਤਰ ਚੱਲ ਜਾਓ, ਹੁਣ ਤਾਂ ਥੋੜ੍ਹੇ ਬਹੁਤੇ ਹਾਲਾਤ ਸੰਭਲੇ ਆ, ਪਹਿਲਾਂ ਤਾਂ ਇਹਨਾਂ ਤੋਂ ਪਾਣੀ ਪੀਣ ਨੂੰ ਗਲਾਸ ਤੱਕ ਨਹੀਂ ਉੱਥੇ, ਤੇ ਮੇਨਟੇਨੈਂਸ ਕਾਹਦੀ ਪਾਉਂਦੇ ਰਹਿੰਦੇ। ਹਰੇਕ ਪਿੰਡ 'ਚੋਂ 20% ਲੈਂਦੇ ਅੱਜ ਦੀ ਡੇਟ ਤੱਕ ਵੀ, ਪਰ ਪੁੱਛਦਾ ਨਹੀਂ ਕੋਈ, ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ। ਠੀਕ ਹੈ, ਇਹ ਤਾਂ ਇੱਕ ਕਿੱਸਾ ਹੋ ਗਿਆ ਕਰਪਸ਼ਨ ਦਾ, ਪਰ ਪਰਚਾ ਪੋਲਿਟਿਕਸ ਪੰਜਾਬ ਦੇ ਵਿੱਚ ਬਹੁਤ ਆ। ਜਿਹੜਾ ਵੀ ਕਹਿੰਦੇ ਕਿ ਸਿਰ ਕੱਢਣ ਲੱਗਦਾ ਨੌਜਵਾਨਾਂ ਨਾਲ, ਅਕਸਰ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਜਾਈਦਾ ਤਾਂ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਜਿਹੜਾ ਵੀ ਕੋਈ ਸਿਰ ਕੱਢਣ ਲੱਗਦਾ ਉਹ 'ਤੇ ਪਰਚਾ ਹੋ ਜਾਂਦਾ। ਪਰਚਾ ਪੋਲਿਟਿਕਸ ਤਾਂ ਖੈਰ ਪੰਜਾਬ ਦੇ ਵਿੱਚ ਪੁਰਾਣੀ ਚੱਲ ਰਹੀ, ਪਹਿਲਾਂ ਯੂਪੀ ਦੇ ਵਿੱਚ ਸੁਣਿਆ ਜਾਂਦਾ ਸੀ, ਫਿਲਮਾਂ ਦੇ ਵਿੱਚ ਦੇਖਿਆ ਜਾਂਦਾ, ਔਰ ਪੰਜਾਬ ਦੇ ਵਿੱਚ ਤਾਂ ਖੈਰ ਫਿਲਮਾਂ ਵੀ ਹੁਣ ਉਸੇ ਤਰ੍ਹਾਂ 'ਤੇ ਬਣ ਰਹੀਆਂ ਨੇ ਕਿ ਜਿਹੜਾ ਸਿਰ ਕੱਢਣ ਲੱਗਦਾ ਇਸੇ ਤਰ੍ਹਾਂ ਹੀ ਪਰਚਾ ਇਸ ਚੀਜ਼ ਦਾ ਅੰਤ ਕਦੋਂ ਹੋਊਗਾ ਲੱਗਦਾ ਕਦੇ? ਕਿਉਂਕਿ ਕੋਈ ਇਹੋ ਜਿਹੀ ਪਾਰਟੀ ਆਊਗੀ ਜਾਂ ਕੋਈ ਇਹੋ ਜਿਹਾ ਲੀਡਰ ਆਊਗਾ ਚੰਗਾ ਜਿਹੜਾ ਪੰਜਾਬ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਊਗਾ, ਨੌਜਵਾਨਾਂ ਨੂੰ ਚੰਗੀ ਸੇਧ ਦੇਊਗਾ। ਜਿਹੜਾ ਮੈਂ ਉਹ ਜਿਹੜੀ ਪਹਿਲਾਂ ਗੱਲ ਕਹੀ ਨਾ ਘੜਮ ਚੌਧਰੀ, ਮੈਂ ਇਸੇ ਲੜੀ ਦੇ ਨਾਲ ਤੁਹਾਨੂੰ ਗੱਲ ਸੁਣਾਉਣਾ ਵੀ ਜਦੋਂ ਮੈਂ ਫੈਸਲਾ ਕਰ ਲਿਆ ਵੀ ਮੈਂ ਇਹਨਾਂ ਦੇ ਨਾਲ ਰਹਿਣਾ ਨਹੀਂ, ਵੀ ਇਹਨਾਂ ਨੇ ਇੰਨਾ ਜਲੀਲ ਕੀਤਾ ਇਸ ਗੱਲ ਦੇ ਵਿੱਚ, ਅਤੇ ਮੈਂ ਉਦਣ ਸ਼ਾਮ ਨੂੰ ਅਕਾਲੀ ਦਲ ਜੁਆਇਨ ਕਰ ਲਿਆ ਆ ਕੇ ਵੀ ਨਹੀਂ ਯਾਰ ਇਹਨਾਂ ਦੀ ਵਿਰੋਧਤਾ ਕਰਨੀ ਡਟ ਕੇ। ਹਾਲੇ 2 ਸਾਲ ਸਰਕਾਰ ਦੇ ਪਏ ਸੀ, ਅਤੇ ਚੌਧਰੀ ਜਗਜੀਤ ਸਿੰਘ ਹੁਣਾਂ ਦਾ ਬੋਲਬਾਲਾ ਵੀ ਚੰਗਾ ਸੀ, ਸਾਰਿਆਂ ਨੂੰ ਪਤਾ ਵੀ ਲੋਕਲ ਬਾਡੀ ਮਿਨਿਸਟਰ ਹੁੰਦਾ ਸੀ। ਮੈਂ ਮਨ ਬਣਾ ਲਿਆ ਵੀ ਇਹਨਾਂ ਦਾ ਵਿਰੋਧਤਾ ਕਰਨੀ। ਮੈਨੂੰ ਬੜੇ ਸੁਨੇਹੇ ਆਏ ਵੀ ਬੰਦਿਆਂ ਵਾਂਗੂ ਬਹਿ ਜਾ, ਮੈਂ ਕਿਹਾ ਨਹੀਂ ਜੀ। ਜਿੱਦਣ ਮੈਂ ਜੁਆਇਨ ਕਰਦਾ, ਜਿਹੜੇ ਕੇਸ ਦੇ ਵਿੱਚ ਮੈਨੂੰ 3 ਸਾਲ ਪੁਲਿਸ ਨੇ ਪੁੱਛਿਆ ਤੱਕ ਨਹੀਂ ਸੀ, ਮੇਰੇ ਪਿੰਡ ਦਾ ਕੋਈ ਕੇਸ ਪੈਂਡਿੰਗ ਸੀ, ਜਿੰਨਾ ਚਿਰ ਮੈਂ ਕਾਂਗਰਸ ਸੀ 3 ਸਾਲ ਮੈਨੂੰ ਪੁੱਛਿਆ ਤੱਕ ਨਹੀਂ ਉਸ ਕੇਸ ਦੇ ਵਿੱਚ। ਅਤੇ ਜਿੱਦਣ ਮੈਂ ਅਕਾਲੀ ਦਲ ਜੁਆਇਨ ਕੀਤਾ, ਮੈਨੂੰ ਉਦਣ ਹੀ 5:30 ਵਜੇ ਪ੍ਰੋਗਰਾਮ ਨਿਬੜਿਆ, ਅਤੇ 6-6:30 ਵਜੇ ਅਸੀਂ ਘਰ ਨੂੰ ਚੱਲ ਗਏ, ਅਤੇ ਰਾਤ ਨੂੰ ਆ ਕੇ ਪੁਲਿਸ ਚੱਕ ਲਗਈ ਆ। ਚਲੋ ਜੀ, ਪੁਲਿਸ ਚੱਕ ਕੇ ਲੈ ਜਾਂਦੀ ਆ। ਉਸ ਤੋਂ ਬਾਅਦ ਇਹਨਾਂ ਨੇ ਸਾਰੀ ਇਲੈਕਸ਼ਨ ਮੇਰੀ ਅੰਦਰ ਹੀ ਕਢਾਈ ਸਾਰੀ, ਜਾਣੀ ਕਿ ਵੋਟਾਂ ਵੀ ਮੈਂ ਅੰਦਰ ਬਹਿ ਕੇ ਹੀ ਦੇਖੀਆਂ। ਹਾਲਾਤ ਇੱਥੇ ਤੱਕ ਇਹਨਾਂ ਦੇ ਵਿੱਚ ਈਗੋ ਆ ਜਾਂਦੀ ਆ ਵੀ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਵੀ ਸਾਡਾ ਵਿਰੋਧਤਾ ਕਿਉਂ। ਵਿਰੋਧਤਾ ਮੁੱਦਿਆਂ 'ਤੇ ਹੁੰਦੀ ਆ। ਜੇ ਤੁਹਾਨੂੰ ਤਾਂ ਮੇਰੇ ਵਿਚਾਰ ਨਹੀਂ ਚੰਗੇ ਲੱਗਦੇ, ਤੁਸੀਂ ਮੇਰੀ ਵਿਰੋਧਤਾ ਕਰ ਸਕਦੇ ਆ, ਇਹ ਇੰਨਾ ਵੀ ਨਹੀਂ ਜਰ ਸਕਦੇ। ਜੇ ਤੁਸੀਂ ਕੰਮ ਕਰੋ, ਤੁਹਾਡਾ ਵਿਰੋਧ ਕੋਈ ਕਰੇ ਹੀ ਨਾ, ਘਰ ਬੈਠੇ ਨੂੰ ਵੋਟਾਂ ਪੈਣ, ਫਿਰ ਆਹ ਤਾਂਗ ਝਾਮ ਕਰਨ ਦੀ ਲੋੜ ਨਹੀਂ ਵੀ 10-10 ਪੇਟੀਆਂ ਸਿੱਟਣੀਆਂ ਪੈਣ ਅਤੇ 1000 2-2000 ਰੁਪਈਆ ਵੋਟਾਂ ਦਾ ਦੇਣਾ ਪਵੇ। ਇਹ ਤਾਂ ਹੀ ਦੇਣਾ ਪੈਂਦਾ ਜਦੋਂ ਤੁਸੀਂ ਕੋਈ ਕੰਮ ਨਹੀਂ ਕੀਤਾ। ਜੇ ਤੁਸੀਂ ਕੰਮ ਕਰੋ ਤਾਂ ਤੁਹਾਨੂੰ ਲੋਕ ਆਪ ਵੋਟ ਪਾ ਕੇ ਆਉਣ ਜਾ ਕੇ। ਇੱਥੇ ਖੜੀ ਰਾਜਨੀਤੀ ਸਾਰੀ। ਫਿਲਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਦਾ। ਤਾਂ ਜ਼ਿੰਦਗੀ ਦਾ ਇੱਕ ਕਿੱਸਾ ਤੁਸੀਂ ਹੱਡ ਬੀਤੀ ਆਪਣੀ ਦੱਸ ਦਿੱਤੀ, ਫਿਰ ਤੁਸੀਂ ਸੁਨੇਹਾ ਨਹੀਂ ਲਵਾਇਆ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ ਮੇਰੇ ਨਾਲ, ਜਦੋਂ ਤੁਸੀਂ ਦੱਸਿਆ ਕਿ 1.5-2 ਸਾਲ ਫਿਰ ਜੇਲ੍ਹ ਦੇ ਵਿੱਚ ਰਹੇ ਹੋ? ਦੱਸਣਾ ਇਹਨਾਂ ਨੂੰ ਕਿਹਨੂੰ ਜੀ, ਜਿਹੜੇ ਤਾਂ ਸੀਗੇ ਨਾਲ ਉਸ ਟਾਈਮ ਉਹ ਵੀ ਪੱਲਾ ਝਾੜ ਜਾਂਦੇ ਵੀ ਉਹ ਆਪਣਾ ਆਪ ਚੰਗਾ ਬਣਨ ਪੈ ਜਾਂਦੇ ਆ। ਇੱਥੇ ਸਿਆਸਤ ਦਾ ਮਿਆਰ ਇਹ ਆ ਜੀ, ਤੁਸੀਂ ਇਹ ਨਾ ਸੋਚੋ ਵੀ ਜਿਹੜਾ ਮੇਰੇ ਨਾਲ ਖੜਾ ਉਹ ਵੀ ਕੋਈ ਤੁਹਾਡਾ ਸਕਾ ਸਿਆਸਤ ਦਾ। ਉਹ ਤਾਂ ਇਹ ਦੇਖਦਾ ਹੁੰਦਾ ਵੀ ਤੁਸੀਂ ਕੁਰਸੀ ਕਦੋਂ ਵਿਹਲੀ ਕਰਦੇ ਆ ਤਾਂ ਮੈਂ ਕੁਰਸੀ 'ਤੇ ਬੈਠਣ ਵਾਲਾ ਬਣਾ। ਜਿਹੜਾ ਦੱਸਣ ਦੀ ਗੱਲ ਇਹਨਾਂ ਨੂੰ ਦੱਸਣ ਦਾ ਤੁਹਾਨੂੰ ਦੱਸਿਆ ਵੀ ਜ਼ੋਰ ਇਹ ਹੀ ਸੀ ਵੀ ਦੁਬਾਰਾ ਆ ਜਾ ਬੰਦਿਆਂ ਵਾਂਗੂ। ਅਤੇ ਫਿਰ ਉੱਥੇ ਥੋੜ੍ਹਾ ਜਿਹਾ ਮਨ ਨੂੰ ਆਪਣੇ ਨੂੰ ਵੀ ਆਉਂਦਾ ਮੈਂ ਕਿਸੇ ਸੱਚ 'ਤੇ ਖੜ੍ਹਾ ਵੀ ਜਦ ਮੈਂ ਕੀਤਾ ਹੀ ਕੁਛ ਨਹੀਂ, ਤੁਸੀਂ ਬਿਨਾਂ ਗੱਲੇ ਮੈਨੂੰ 1.5-2 ਸਾਲ ਉੱਧਰ ਰਲਝਾਈ ਰੱਖਿਆ। ਜੇ ਮੈਂ ਅੱਜ ਸਟੈਂਡ ਲਿਆ ਇਸ ਗੱਲ ਵੀ ਤੁਸੀਂ ਮੇਰੇ ਨਾਲ ਗਲਤ ਕੀਤਾ, ਤੁਸੀਂ ਫੇਰ ਉਸ ਗੱਲ 'ਤੇ ਪ੍ਰੈਸ਼ਰ ਪਾਵੋ। ਨੱਪ ਕੇ ਰੱਖਣ ਦੀ ਜਿਹੜੀ ਸਿਆਸਤ ਆ ਇਹ ਮਾੜੀ ਆ। ਆਜ਼ਾਦ ਸੋਚ ਚਾਹੀਦੀ ਤੁਹਾਡੀ। ਜਿਹੜਾ ਬੰਦਾ ਕੰਮ ਕਰਦਾ ਆਜ਼ਾਦ ਸੋਚ ਆਪੇ ਉੱਧਰ ਨੂੰ ਬਿਲਡ ਕਰ ਜਾਂਦੀ, ਆਪੇ ਤੁਹਾਡੇ ਨਾਲ ਆ ਜਾਂਦੀ ਹੈ। ਪਰ ਅਕਸਰ ਨੌਜਵਾਨਾਂ ਦੇ ਨਾਲ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਇਸ ਚੀਜ਼ ਦਾ ਕਰਿਆ, ਮੈਂ ਚਾਹੁੰਦਾ ਕਿ ਉਸ ਚੀਜ਼ ਦਾ ਜਵਾਬ ਜ਼ਰੂਰ ਦਿਓ ਕਿ ਜੇ ਮੰਨ ਲਓ ਤਜਿੰਦਰ ਨਿੱਜਰ ਦੇ ਹੱਥ ਕੱਲ੍ਹ ਨੂੰ ਕੋਈ ਪਾਵਰ ਲੱਗਦੀ ਕਿ ਤਜਿੰਦਰ ਨਿੱਜਰ ਵੀ ਇਸੇ ਤਰ੍ਹਾਂ ਕਰੂਗਾ ਲੋਕਾਂ ਦੇ ਨਾਲ, ਕਿਉਂਕਿ ਇਹ ਕਿਹਾ ਜ਼ਰੂਰ ਜਾਂਦਾ ਕਿ ਮੇਰੇ ਨਾਲ ਹੋਊਗੀ, ਮੈਂ ਦੂਜੇ ਨੂੰ ਨਹੀਂ ਸੇਧ ਦੇਣੀ ਹੈ, ਦੂਜੇ ਨਾਲ ਇਹੋ ਜਿਹਾ ਨਹੀਂ ਹੋਊਗਾ। ਇਸ ਚੀਜ਼ ਦੀ ਸ਼ਿਓਰਟੀ ਕੀ ਹੈ ਕਿ ਤਜਿੰਦਰ ਨਿੱਜਰ ਵਾਕਈ ਜਿਹੜੀਆਂ ਗੱਲਾਂ ਕਹਿ ਰਿਹਾ ਔਰ ਉਸੇ 'ਤੇ ਹੀ ਖਰਾ ਉਤਰੂਗਾ? ਕਿਉਂਕਿ ਅੱਜ ਤੱਕ ਇਸ ਪਾਰਟੀ ਨਾਲ ਬੰਦਾ ਖੜਾ, ਕੱਲ੍ਹ ਨੂੰ ਦੂਜੀ ਪਾਰਟੀ ਨਾਲ, ਇਹਨਾਂ ਦਿਨਾਂ 'ਚ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ।
ਦੇਖੋ ਜਿਹੜਾ ਮਿਆਰ ਸਿਆਸਤ ਦਾ ਇਹ ਬਦਲਾਅ ਤੇ ਇਸੇ ਤਰ੍ਹਾਂ ਹੀ ਹੋਣਾ ਵੀ ਨੌਜਵਾਨਾਂ ਨੂੰ ਇਹ ਸੋਚ ਬਦਲਣੀ ਪਊਗੀ, ਕਿਉਂਕਿ ਜਦੋਂ ਨਾ ਤੁਸੀਂ ਪਿੰਡਾਂ ਦੀ ਪੋਲਿਟਿਕਸ ਦੇ ਵਿੱਚ ਫਸ ਜਾਂਦੇ ਆ ਫਿਰ ਤੁਸੀਂ ਨਾ ਵੀ ਕੁਝ ਕਰਨਾ ਚਾਹੋ, ਜਿਹੜੇ ਨਾਲ ਦੇ ਆ ਤੁਹਾਡੇ ਉਹ ਉਹਨਾਂ ਚਿਰ ਤੁਹਾਨੂੰ ਟਿਕਣ ਹੀ ਨਹੀਂ ਦਿੰਦੇ ਵੀ ਆਪਣੇ ਨਾਲ ਯਾਰ ਇਹਨੇ ਇਦਾਂ ਕੀਤੀ ਸੀ ਵੀ ਪਰਚਾ ਕਰਾਉਣਾ ਬਣਦਾ। ਇਸ ਸਿਆਸਤ ਦੇ ਵਿੱਚ ਅਸੀਂ ਭਾਗੀਦਾਰ ਰਹੇ ਹਾਂ, ਖੁਦ ਰਹੇ ਹਾਂ, ਜਿਨ੍ਹਾਂ ਨੇ ਸਾਤੇ ਕਰਾਏ ਅਸੀਂ ਉਹਨਾਂ ਦੇ ਕਰਾਉਂਦੇ ਰਹੇ, ਪਰ ਇਹ ਹੱਲ ਨਹੀਂ। ਰਿਅਲਾਈਜ਼ ਹੁੰਦਾ ਹੁਣ ਵੀ ਗਲਤ ਸੀ। ਰਿਲਾਈਜ਼ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਆਪ ਨੂੰ ਪਿੱਛੇ ਖਿੱਚ ਲਿਆ ਇਹਨਾਂ ਚੀਜ਼ਾਂ ਤੋਂ ਵੀ ਨਹੀਂ ਇਹ ਸਿਆਸਤ ਦਾ ਹਿੱਸਾ ਨਹੀਂ ਬਣਨਾ, ਕੁਛ ਚੰਗਾ ਕਰਕੇ ਜਾਵਾਂਗੇ, ਚੰਗੀ ਲੀਹ ਤੇ ਪੈ ਕੇ ਕੁਛ ਚੰਗਾ। ਅੱਜ ਦਾ ਜਿਹੜਾ ਸਮਾਜ ਉਹ ਅੱਜ ਆਪਾਂ ਹਰ ਇੱਕ ਥਾਂ ਦੇ ਉੱਤੇ, ਇਕੱਲਾ ਇਹ ਨਹੀਂ ਵੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆ ਜਾਓ, ਪਿੰਡਾਂ 'ਚ ਆ ਜਾਓ, ਧੜੇਬਾਜ਼ੀਆਂ ਇਦਾਂ ਦੀਆਂ ਬਣ ਗਈਆਂ। ਤੁਸੀਂ ਨਾ ਚਾਹੁੰਦੇ ਹੋਏ ਵੀ ਜਿਹੜੇ ਕੰਮ ਨਹੀਂ ਵੀ ਕਰਨਾ ਚਾਹੁੰਦੇ ਉਹ ਤੁਹਾਤੋਂ ਕਰਵਾਏ ਜਾਂਦੇ, ਪਰ ਉਹ ਬਦਨਾਮੀ ਇਕੱਲੇ ਤੁਹਾਡੇ ਸਿਰ ਪੈਣੀ ਆ। ਹਾਲਾਤ ਇੱਥੇ ਤੱਕ ਹੁਣ ਅੱਜ ਦਾ ਨੌਜਵਾਨ ਪੜ੍ਹਿਆ ਲਿਖਿਆ ਵਰਗਿਆ ਆਪਣੀ ਸੋਚ ਤੇ ਇਸ ਗੱਲ ਤੇ ਖੜਾ ਵੀ ਆਪਾਂ ਰੁਜ਼ਗਾਰ ਮੰਗੀਏ ਇਹਨਾਂ ਤੋਂ, ਕੋਈ ਜਿਹੜਾ ਸਪੋਰਟਸ ਦਾ ਅਸੀਂ ਕੁਛ ਇਹਨਾਂ ਤੋਂ ਮੰਗੀਏ ਉੱਦਾਂ ਦੀ ਰੱਖੀਏ। ਸਾਨੂੰ ਤਾਂ ਉੱਥੇ ਪਰਚਿਆਂ ਤੇ ਖੜੇ ਅੱਜ ਵੀ ਸਾਡੇ ਤਾਏ ਦੇ ਪੁੱਤ ਤੇ ਪਰਚਾ ਕਰਾ ਲਓ, ਚਾਚੇ ਦੇ ਤਾਏ ਦੇ ਪੁੱਤ ਤੇ ਪਰਚਾ ਕਰਾ ਲਓ। ਉਹੋ ਹੀ ਲੜਾਈ ਤੁਹਾਨੂੰ ਅੱਜ ਦੀ ਸਿਆਸਤ ਦਾ ਮੁੱਢ ਬਣ ਕੇ ਖੜੀ ਹੈ। ਨੌਜਵਾਨਾਂ ਨੂੰ ਚੇਂਜ ਕਰਨਾ ਪੈਣਾ ਤੇ ਹੌਲੀ ਹੌਲੀ ਹੋ ਵੀ ਰਹੀ, ਬਦਲਾਅ ਆ ਰਿਹਾ ਹੁਣ। ਉਹ ਆਉਣ ਦਾ ਕਾਰਨ ਇਹ ਹੀ ਆ ਵੀ ਜਦੋਂ ਨੌਜਵਾਨ ਪੜ੍ਹਿਆ ਲਿਖਿਆ ਹੋਊ ਉਹਦੀ ਮੰਗ ਹੀ ਹੋਰ ਬਣ ਜਾਣੀ। ਅਨਪੜ੍ਹਤਾ ਤਾਂ ਲੜਾਈ ਦਾ ਹੀ ਘਰ ਸੀ। ਹੁਣ ਜਦੋਂ ਨੌਜਵਾਨ ਰੁਜ਼ਗਾਰ ਮੰਗੂ, ਸਪੋਰਟਸ ਦੇ ਨਾਲ ਰਿਲੇਟਡ ਕੁਝ ਮੰਗੂਗਾ, ਆਪੇ ਹੀ ਮੁੱਦੇ ਚੇਂਜ ਹੋ ਜਾਣੇ ਆ। ਪੰਜਾਬ ਦੀ ਰਾਜਨੀਤੀ 'ਚ ਬਦਲਾਅ ਦੇਖਣ ਨੂੰ ਮਿਲੂਗਾ ਲੱਗਦਾ ਤੁਹਾਨੂੰ? ਕਦੇ ਸੁਧਾਰ ਹੋਊਗਾ ਇਸ ਚੀਜ਼ ਨੂੰ ਲੈ ਕੇ? ਬਹੁਤ ਛੇਤੀ ਦੇਖਣ ਨੂੰ ਮਿਲੂਗਾ ਜਿਹੜਾ ਸਮਾਂ ਗਾਮਲਾ, ਕਿਉਂਕਿ ਆ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ। ਹਰ ਇੱਕ ਬੰਦਾ ਆਪਣੀ ਗੱਲ ਕਹਿ ਸੁਣ ਸਕਦਾ। ਇਹ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ। ਇਹ ਤਾਂ ਨਹੀਂ ਵੀ ਆਪਾਂ ਕਿਸੇ ਨੂੰ ਛਾਤੀ ਪਾੜ ਕੇ ਦਿਖਾ ਦਈਏ ਵੀ ਮੈਂ ਹੀ ਸੱਚਾ ਆ। ਤੁਹਾਡੇ ਕੰਮ ਕਰਨ ਦੇ ਤੁਹਾਡੇ ਢੰਗ ਤਰੀਕਿਆਂ ਤੋਂ ਹੀ ਲੋਕੀ ਅੰਦਾਜ਼ਾ ਲਾ ਜਾਂਦੇ ਹੁੰਦੇ ਆ। ਆਪਾਂ ਨਸਲ ਦਾ ਕਹਿ ਦਿੰਦੇ ਆ ਨਾ, ਨਸਲ ਦਾ ਵੀ ਜੇ ਆਪਾਂ ਕੋਈ ਪਸ਼ੂ ਖਰੀਦਣ ਜਾਂਦੇ ਆ ਆਪਾਂ ਨਸਲ ਦੇਖ ਕੇ ਹੀ ਖਰੀਦਦੇ ਆ। ਕਿਸੇ ਨੇ ਇਹ ਤਾਂ ਨਹੀਂ ਆਪਾਂ ਧਾਰਾਂ ਕੱਢ ਕੇ ਦੇਖਦੇ ਆ ਵੀ ਖਰੀਦਣਾ, ਜਾਂ ਜੇ ਕੋਈ ਘੋੜੀ ਜਾਂ ਘੋੜਾ ਲੈਣ ਜਾਂਦੇ ਆਪਾਂ ਨਸਲ ਦੇਖ ਕੇ ਖਾਦੇ। ਉਹ ਨਸਲ ਤੇ ਹੀ ਫਰਕ ਪੈਣਾ। ਨਸਲ ਸਾਡੀ ਚੇਂਜ ਤਾਂ ਹੀ ਹੋਊ ਵੀ ਜੇ ਨੌਜਵਾਨ ਵਰਗ ਪੜ੍ਹਿਆ ਲਿਖਿਆ ਹੋ। ਜਦੋਂ ਪੜ੍ਹੇ ਲਿਖੇ ਹੋਣਗੇ ਆਪੇ ਇਹਨਾਂ ਦੀ ਸੋਚ ਚੇਂਜ ਹੋ ਜਾਣੀ। ਮੈਨੂੰ ਇੱਕ ਗੱਲ ਦੱਸੋ, ਪਾਰਟੀਆਂ ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਅਕਾਲੀ ਦਲ ਆ, ਭਾਵੇਂ ਕਾਂਗਰਸ ਹੈ, ਅਸਲ ਮੁੱਦਾ ਹੈ ਕਿੱਥੇ ਹੈ? ਕਿਉਂਕਿ ਕੋਈ ਕਹਿੰਦਾ ਕਿ ਜੀ ਅਸੀਂ ਇੰਨੇ ਯੂਨਿਟ ਬਿਜਲੀ ਫ੍ਰੀ ਦੇ ਦੇਣੀ ਹੈ, ਕੋਈ ਕਹਿੰਦਾ ਕਿ ਜੀ ਅਸੀਂ ਤਾਂ ਨੌਜਵਾਨਾਂ ਨੂੰ ਬਾਹਰ ਭੇਜਣ ਵਾਸਤੇ ਜੋ ਪੜ੍ਹਾਈ ਹੋਣੀ ਆਈਲੈਟਸ ਵਾਸਤੇ ਵੀ ਅਸੀਂ ਤਾਂ ਸਬਸਿਡੀ ਦੇ ਦੇਣੀ ਹੈ, ਕੋਈ ਕਹਿੰਦਾ ਕਿ ਜੀ ਸਾਡੀ ਸਰਕਾਰ ਬਣਾ ਦਿਓ ਅਸੀਂ ਇੰਨੇ ਯੂਨਿਟ ਫ੍ਰੀ ਦੇ ਦੇਣੀ, ਕੋਈ ਕਹਿੰਦਾ ਅਸੀਂ ਤਾਂ ਇੰਨੇ ਯੂਨਿਟ ਸਸਤੀ ਕਰ ਦੇਣੀ ਹੈ। ਮਤਲਬ ਲੋਕ ਕਹਿੰਦੇ ਕਿ ਬਿਜਲੀ ਦੇ ਪੈਸੇ ਸਾਥੋਂ ਪੂਰੇ ਲੈ ਲਓ ਪਰ ਬਿਜਲੀ ਦਿਓ ਤਾਂ ਸਹੀ, ਜਾਂ ਹੋਰ ਵੀ ਬਹੁਤ ਸਾਰੇ ਮੁੱਦੇ ਆ। ਤੁਹਾਨੂੰ ਲੱਗਦਾ ਨਹੀਂ ਕਿ ਲੁਭਾਵਣੇ ਵਾਅਦੇ ਜਿਹੜੇ ਲੋਕਾਂ ਦੇ ਨਾਲ ਕੀਤੇ ਜਾਂਦੇ ਆ? ਪੰਜਾਬ ਤਾਂ ਪਹਿਲਾਂ ਹੀ ਬਹੁਤ ਕਰਜ਼ਾਈ ਹੈ। ਮੰਤਰੀ ਜੋ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੁਣੀ ਅਕਸਰ ਕਹਿੰਦੇ ਰਹਿੰਦੇ, ਉਹਨਾਂ ਨੂੰ ਲੈ ਕੇ ਤਾਂ ਇਹ ਚੀਜ਼ ਵੀ ਬੜੀ ਟੋਲ ਹੋਣ ਲੱਗੀ ਕਿ ਖਜ਼ਾਨਾ ਖਾਲੀ। ਪੰਜਾਬ ਦਾ ਖਜ਼ਾਨਾ ਤਾਂ ਪਹਿਲਾਂ ਹੀ ਖਾਲੀ ਹੈ। 4.5 ਸਾਲ ਜਿਹੜੀਆਂ ਚੀਜ਼ਾਂ ਨਹੀਂ ਹੋ ਪਾਈਆਂ, ਹੁਣ ਮੌਜੂਦਾ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ ਤਾਂ ਉਹ ਅਚਾਨਕ 2 ਕੁ ਮਹੀਨਿਆਂ ਦੇ ਵਿੱਚ ਪੈਸਾ ਆਊਗਾ ਕਿੱਥੋਂ? ਜਾਂ ਫਿਰ ਆਉਣ ਵਾਲੇ ਜਿਹੜਾ ਇਲੈਕਸ਼ਨ ਤੋਂ ਬਾਅਦ ਵੀ ਇਸੇ ਤਰ੍ਹਾਂ ਚੀਜ਼ਾਂ ਚੱਲਣਗੀਆਂ ਲੱਗਦਾ ਤੁਹਾਨੂੰ? ਦੇਖੋ ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ, ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਹੈ ਜਾਂ ਆਮ ਪਾਰਟੀ ਆ। ਵਿਜ਼ਨ ਕੀ ਆ ਇਹਨਾਂ ਦਾ ਵੀ ਆਪਾਂ ਤੁਹਾਡੀ ਸੋਚ ਕੀ ਆ? ਹੁਣ ਉੱਥੇ ਤਾਂ ਆਪਾਂ ਸੋਚ ਤੇ ਇਹ ਦੇਖਦੇ ਹਾਂ ਵੀ ਅਸੀਂ ਲਾਰੇ ਤੇ ਇਹ ਲਾਉਂਦੇ ਹਾਂ ਵੀ ਜਿੱਦਣ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ, ਅੱਜ ਇਹ ਬੇਸ਼ੱਕ ਦੀ ਕੈਪਟਨ ਤੇ ਸਭ ਕੁਝ ਸੱਟ ਦੇਣ, ਪਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਦੇ ਹੱਥ ਕੁਛ ਵੀ ਹੈ ਨਹੀਂ। ਕਾਂਗਰਸ ਦੇ ਵਿੱਚ ਪੰਜਾਬ ਕੋਲ ਜਿਹੜਾ ਵੀ ਲੀਡਰ ਮਰਜ਼ੀ ਇਹਨਾਂ ਦਾ ਕਹਿ ਲਓ, ਚਾਹੇ ਨਵਜੋਤ ਸਿੰਘ ਸਿੱਧੂ ਦਾ ਕਹਿ ਲਓ, ਚਾਹੇ ਚਰਨਜੀਤ ਸਿੰਘ ਚੰਨੀ ਜੀ ਦਾ ਕਹਿ ਲਓ, ਸਾਡੇ CM ਸਾਹਿਬ ਆ, ਇਹਨਾਂ ਕੋਲ ਤਾਂ ਕੋਈ ਵਿਚਾਰਿਆਂ ਕੋਲ ਅਧਿਕਾਰ ਹੀ ਹੈ ਨਹੀਂ ਫੈਸਲਾ ਲੈਣ ਦਾ। ਜੋ ਫੈਸਲੇ ਲੈਣੇ ਇਹਨਾਂ ਦੀ ਹਾਈ ਕਮਾਂਡ ਨੇ ਲੈਣੇ। ਆਪਾਂ ਦੇਖਦੇ ਹਾਂ ਕੋਈ ਵੀ ਗੱਲ ਹੁੰਦੀ ਹੈ ਕਹਿੰਦੇ ਹਾਈ ਕਮਾਂਡ ਦੇ ਧਿਆਨ 'ਚ ਆ, ਜੋ ਫੈਸਲਾ ਆਊਗਾ ਸਾਨੂੰ ਮਨਜ਼ੂਰ ਆ। ਇਹ ਅੱਜ ਵੀ ਜੋ ਇਹ ਕਰਨ ਡਏ ਆ, ਇਹ ਲੋਕਾਂ ਨੂੰ ਤਮਾਸ਼ਾ ਦਿਖਾ ਰਿਹਾ। ਇੱਕ ਪਿਕਚਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਰਿਹਾ। ਨਵਜੋਤ ਸਿੰਘ ਸਿੱਧੂ ਅੱਜ ਜਿਹੜੀਆਂ ਦੁਹਾਈਆਂ ਦਿੰਦਾ ਵੀ ਮੇਰੀ ਆ ਸੁਣਵਾਈ ਨਹੀਂ ਹੁੰਦੀ, AG ਨਹੀਂ ਬਦਲ ਹੁੰਦਾ, DGP ਨਹੀਂ ਬਦਲ ਹੁੰਦਾ, ਵੀ ਪੁੱਛਣ ਵਾਲਾ ਹੋਵੇ ਤੂੰ ਕੈਪਟਨ ਅਮਰਿੰਦਰ ਸਿੰਘ ਨੂੰ ਚੇਂਜ ਕਰਾ ਸਕਦਾ। ਜੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਨੂੰ ਚੇਂਜ ਕਰਵਾ ਸਕਦਾ ਤਾਂ ਉਹਦੇ ਮੂਹਰੇ AG ਜਾਂ DGP ਕੀ ਚੀਜ਼ ਹੈ ਬਈ? ਇਹ ਤਾਂ ਸਿਰਫ ਲੋਕਾਂ ਨੂੰ ਆਪਾਂ ਸ਼ਦਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਮੈਂ ਸੱਚਾ ਰਵਾਂ, ਬਾਕੀ ਸਾਰੇ ਭਾਵਾਂ ਦੀ ਖੂਹ 'ਚ ਪੈਣ। ਜਿੰਨਾ ਕਿ ਚੰਨੀ ਸਵੇਰ ਤੋਂ ਸ਼ਾਮ ਤੱਕ ਕਰਦਾ ਮਾੜਾ ਮੋਟਾ ਖਿੱਚ ਧੂ ਕੇ ਇੱਧਰੋਂ ਉੱਧਰੋਂ ਫੜ ਕੇ, ਉਹਨਾਂ ਕੁ ਸ਼ਾਮ ਨੂੰ ਇਹ ਜਾ ਕੇ ਉਹਨਾਂ ਦੇ ਉੱਤੇ ਮਿੱਟੀ ਪਾ ਆਉਂਦਾ। ਪਰ ਆਪ ਸੱਚਾ ਬਣਨ ਦੀ ਕੋਸ਼ਿਸ਼ ਦੇ ਵਿੱਚ ਨਾਕਾਮੀਆਂ ਜਿਹੜੀਆਂ ਸਰਕਾਰ ਦੀਆਂ ਸਾਹਮਣੇ ਲਿਆਉਂਦਾ, ਚੰਗੀ ਗੱਲ ਆ, ਪਰ ਆਪ ਤਾਂ ਨਾ ਚੰਗਾ ਬਣੇ। ਤੂੰ ਪਾਰਟੀ ਪ੍ਰਧਾਨ ਆ, ਉਹਨਾਂ ਦਾ ਜਵਾਬ ਦੇ। ਪਾਰਟੀ ਪ੍ਰਧਾਨ ਨੂੰ ਬਣਨਾ ਪੈਣਾ।
ਤੁਹਾਡੀ ਪਾਰਟੀ ਦੀ ਸਰਕਾਰ ਆ। ਅੱਜ ਜੇ ਤੁਹਾਨੂੰ ਪਤਾ ਇਹ ਮੁੱਦੇ ਹੈਗੇ ਆ ਤਾਂ ਕਿਉਂ ਨਹੀਂ ਤੁਸੀਂ ਬਹਿ ਕੇ ਉਸ ਗੱਲ ਦੇ ਉੱਤੇ ਕੋਈ ਫੈਸਲਾ ਲੈ ਸਕਦੇ? ਪਰ ਨਹੀਂ, ਲੋਕਾਂ ਨੂੰ ਗੁੰਮਰਾਹ ਕਰਨ, ਧੜੇਬਾਜ਼ੀਆਂ ਬਣਾ ਲੈਣੀਆਂ 3-4। ਕੱਲ੍ਹ ਨੂੰ ਇਹ ਦੇਖਣਗੇ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਘਰ ਘਰ ਨੌਕਰੀ, ਕੱਲੇ ਦਾ ਕਰਜ਼ਾ ਮਾਫ ਕਹਿ ਲਿਆ। ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਇਕੱਲੇ ਨੂੰ ਮਾੜਾ ਕਹਿ ਕੇ ਬਾਕੀ ਕਾਂਗਰਸ ਨੂੰ ਸਾਫ਼ ਸੁਥਰੀ ਦਿਖਾਉਣ ਡਏ ਆ। ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਬਣਦਾ, ਚੋਣ ਮੈਨੀਫੈਸਟੋ ਦੇ ਵਿੱਚ ਜਿੱਥੇ ਤੱਕ ਮੈਨੂੰ ਯਾਦ ਆ, ਮੈਂ ਲਿਖਤੀ ਇਹਨਾਂ ਨੂੰ ਤੁਹਾਨੂੰ ਇਹ ਦਿਖਾ ਸਕਦਾ ਵੀ ਜਿਹਦੇ ਵਿੱਚ ਇਹਨਾਂ ਦੀ ਕਮੇਟੀ ਬਣੀ ਸੀ, ਜਿਹਦੇ ਵਿੱਚ ਕਿ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਸਾਬਕਾ ਪ੍ਰਧਾਨ ਮੰਤਰੀ ਉਸ ਕਮੇਟੀ ਦੇ ਮੈਂਬਰ ਆ। ਚੋਣ ਮੈਨੀਫੈਸਟੋ ਦੇ ਮਨਪ੍ਰੀਤ ਸਿੰਘ ਬਾਦਲ ਉਸ ਕਮੇਟੀ ਦੇ ਮੈਂਬਰ ਆ। ਹੁਣ ਇਹ ਦੱਸੋ ਵੀ ਜਿਹੜਾ ਚੋਣ ਮੈਨੀਫੈਸਟੋ ਬਣਿਆ ਹੀ ਉਹਨਾਂ ਵੱਲੋਂ ਆ, ਉਹਦਾ ਜਵਾਬ ਦੇ ਫਿਰ ਵੀ ਇਹਨਾਂ ਨੂੰ ਬਣਨਾ ਪੈਣਾ ਕਾਂਗਰਸ ਨੂੰ। ਤੁਸੀਂ ਘਰ ਘਰ ਨੌਕਰੀ ਕਹਿਤੀ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਜਦੋਂ ਤੱਕ ਜੇ ਅਸੀਂ ਰੁਜ਼ਗਾਰ ਨਹੀਂ ਦਿੰਦੇ 2500 ਰੁਪਈਆ ਤੁਹਾਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ, ਕਰਜ਼ਿਆਂ ਤੇ ਲੀਕਾਂ ਮਾਰ ਦਾਂਗੇ। ਉਦੋਂ ਤਾਂ ਤੁਸੀਂ ਇਹ ਵੀ ਦੇਖਿਆ ਵੀ ਕਿਸੇ ਨੇ ਸਵਾਲ ਕੀਤਾ ਵੀ ਜਿਹੜੇ ਪ੍ਰਾਈਵੇਟ ਫਰਮਾਂ ਦੇ, ਕਹਿੰਦਾ ਵੀ ਆੜ੍ਹਤੀਆਂ ਦੇ ਵੀ ਅਸੀਂ ਦੇਵਾਂਗੇ। ਕਿੰਨਾ ਝੂਠ ਤੂਫਾਨ ਬੋਲਿਆ, ਲੋਕੀ ਘਬਰਾਹ ਹੋ ਗਿਆ, ਵੋਟਾਂ ਪਾ ਲਈਆਂ। ਪਰ ਅੱਜ ਉਹ ਲੋਕਾਂ ਨੂੰ ਜਵਾਬ ਇਹਨਾਂ ਤੋਂ ਇਹ ਮੰਗਣਾ ਚਾਹੀਦਾ। ਅੱਜ ਆਹ ਮੁੱਦੇ ਨਹੀਂ ਜਿਹੜੇ ਇਹ ਕੰਡ ਆ ਵੀ ਬੱਸਾਂ ਫੜ ਲਈਆਂ। ਜੇ ਹੁਣ ਬੱਸਾਂ ਰਾਜਾ ਵੜਿੰਗ ਜੀ ਫੜਦੇ ਆ, ਜਿਹੜੇ ਕਾਂਗਰਸੀਆਂ ਦੀਆਂ ਬੱਸਾਂ ਤੋਂ ਸ਼ਰੇਆਮ ਮੈਂ ਇੱਥੋਂ ਹੁਣ ਮੇਰੇ ਨਾਲ ਚੱਲੋ ਉੱਥੇ ਜਾ ਕੇ ਦਿਖਾਵਾਂ ਲਾਈਨ ਲੱਗੀ, ਕਰਦੇ ਆ ਕਾਰਵਾਈ, ਚੰਗੀ ਗੱਲ ਆ, ਪਰ ਸਾਰਿਆਂ ਤੇ ਕਰੋ। ਜੇ ਅੱਜ ਤੁਸੀਂ ਮੁੱਦੇ ਆ ਸਰਕਾਰ ਦੇ, ਤੁਹਾਡੇ ਦਿੱਤੇ ਪਲੈਨਿੰਗ ਆ ਤੁਹਾਡੇ ਤੋਂ ਨਹੀਂ ਹੋਈ, ਤੁਸੀਂ ਇਸ ਗੱਲ ਦੀ ਲੋਕਾਂ ਤੋਂ ਗਲਤੀ ਮੰਨੋ ਵੀ ਸਾਡੇ ਤੋਂ ਕਹਿ ਵਾਅਦੇ ਜਿਹੜੇ ਉਹ ਪੂਰੇ ਨਹੀਂ ਹੋਏ। ਪਰ ਤੁਸੀਂ ਲੋਕਾਂ ਨੂੰ ਉਹ ਮਿੱਟੀ ਜੀ ਪਾ ਕੇ ਪੋਚਮਾ ਜਿਹਾ ਲਾ ਕੇ ਸ਼ੋਅ ਕਰਨਾ ਚਾਹੁੰਦੇ ਵੀ ਅਸੀਂ ਸੱਚੇ ਆ। ਕੈਪਟਨ ਅਮਰਿੰਦਰ ਸਿੰਘ ਕਹਿ ਗਿਆ ਜੀ, ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ ਨਹੀਂ ਪੈਣੀਆਂ ਗੱਲਾਂ। ਇਹ ਤਾਂ ਇਹ ਗੱਲ ਲਗਾਤਾਰ ਕਹਿ ਰਹੇ ਕਿ ਇਸ ਤਾਂ 4.5 ਸਾਲ ਬਾਅਦ ਚੁੱਕਦੇ ਰਹੇ, ਸਾਡੀ ਸੁਣਵਾਈ ਨਹੀਂ ਹੋਈ। ਲੌਜਿਕ ਇਹੀ ਦਿੱਤਾ ਜਾਣਾ ਨਾ, ਜਾਂ ਲੌਜਿਕ ਹੁਣ ਵੀ ਦਿੰਦੇ ਹੋਏ ਨਜ਼ਰ ਆ ਰਿਹਾ ਕਿ ਸਾਨੂੰ ਤਾਂ ਇੰਨਾ ਕੁ ਸਮਾਂ ਮਿਲਿਆ, ਦੇਖੋ ਇਸ ਤਾਂ ਹਨੇਰੀ ਠਾਤੀ ਆ। ਤੁਸੀਂ ਇਹ ਦੇਖੋ 4.5 ਸਾਲ ਦਾ ਪਹਿਲਾਂ ਰੌਲਾ ਪਾ ਲਿਆ, ਉਹ 4.5 ਸਾਲ ਤੋਂ ਬਾਅਦ ਅੱਜ ਚਰਨਜੀਤ ਸਿੰਘ ਚੰਨੀ ਬਣ ਗਏ ਤੇ ਰੌਲਾ ਅੱਜ ਫੇਰ ਸਿੱਧੂ ਸਾਹਿਬ ਪਾ ਰਹੇ ਆ। ਇਹ ਇਹਨਾਂ ਦੀ ਇੱਕ ਸਟ੍ਰੈਟਜੀ ਬਣਾਈ ਆ। ਜਦੋਂ ਕਹਿੰਦੇ ਮੇਰਾ ਮੁੱਦਿਆਂ ਤੇ ਗੱਲ ਕਰਦਾ, ਮੁੱਦਿਆਂ ਦੀ ਲੜਾਈ ਆ। ਜੇ ਮੁੱਦਿਆਂ ਦੀ ਲੜਾਈ ਹੁੰਦੀ ਫਿਰ ਅਸਤੀਫਾ ਵਾਪਸ ਨਾ ਲੈਂਦਾ, ਫਿਰ ਡਟ ਕੇ ਕਹਿੰਦਾ ਇਸ ਗੱਲ ਦੇ ਉੱਤੇ, ਅਣਖ ਨਾ ਕਹਿੰਦਾ ਵੀ ਮੈਂ ਮੁੱਦੇ ਝੱਕੇ ਸੀ, ਮੈਂ ਤਿਆਗ ਦਿੱਤੀ ਸਿਆਸਤ। ਇਹ ਥੋੜ੍ਹਾ ਹੁਣ ਤੁਸੀਂ ਤੁਹਾਨੂੰ ਕਹਿਤਾ ਵੀ ਆਹ ਫੜ ਜੀ ਅਸਤੀਫਾ ਜੇਬ 'ਚ ਪਾ ਲਾ ਦੁਬਾਰਾ। ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਲੋਕੀ ਉਹਨੂੰ ਇਸ ਗੱਲ ਦੇ ਉੱਤੇ ਮੰਨਣ ਕਿੱਦਾਂ ਡੇ ਆ। ਤੁਸੀਂ ਉੱਠ ਕੇ ਗੱਲਾਂ, ਕੋਈ ਵੀ ਗੱਲ ਹੁੰਦੀ ਘੁਮਾ ਕੇ ਲਿਆ ਕੇ ਅਕਾਲੀ ਦਲ ਦੇ, ਤੁਸੀਂ ਇੱਕ ਗੱਲ ਦੇਖਿਆ, ਕਾਂਗਰਸ ਵਾਲਾ ਉੱਠੂ ਤਾਂ ਅਕਾਲੀ ਦਲ ਦੇ ਵਿਰੁੱਧ ਬੋਲੂ, ਆਮ ਪਾਰਟੀ ਵਾਲਾ ਉੱਠੂ ਤਾਂ ਉਹ ਵੀ ਅਕਾਲੀ ਦਲ ਦੇ ਵਿਰੁੱਧ ਬੋਲੂ। ਤੁਹਾਨੂੰ ਅਕਾਲੀ ਦਲ ਮਾੜਾ ਲੱਗਦਾ, ਸਾਡੀ ਪਾਰਟੀ ਆ, ਅਸੀਂ ਡਟ ਕੇ ਖੜ੍ਹੇ ਅਕਾਲੀ ਦਲ ਦੇ ਨਾਲ। ਹਰ ਇੱਕ ਬੰਦਾ ਨਹੀਂ ਮਾੜਾ ਹੁੰਦਾ, ਕੋਈ ਪਾਰਟੀ ਨੂੰ ਤੁਸੀਂ ਉਂਗਲ ਕਰਕੇ ਕਹਿ ਦਿਓ। ਕੁਛ ਬੰਦੇ ਜ਼ਰੂਰ ਆਪਾਂ ਕਹਿ ਸਕਦੇ ਹਾਂ ਵੀ ਗਲਤ ਹੋ ਸਕਦੇ ਕਿਸੇ ਪਾਰਟੀ 'ਚ, ਪਰ ਪਾਰਟੀ ਨਹੀਂ ਕੋਈ ਮਾੜੀ ਹੋ ਸਕਦੀ। ਸ਼੍ਰੋਮਣੀ ਅਕਾਲੀ ਦਲ ਇੱਕੋ ਥਾਂ ਖੜੀ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ, ਇੱਕ ਥਾਂ ਖੜੇ ਆ। ਜੇ ਅਕਾਲੀ ਦਲ ਦੇ ਵਿੱਚ ਵੀ ਕੁਛ ਸਾਡੇ ਲੀਡਰ ਸੀ ਜਿਹੜੇ ਛੱਡ ਕੇ ਗਏ ਸੀ ਸਮੇਂ ਦੇ ਨਾਲ, ਅੱਜ ਉਹ ਵਾਪਸ ਆਉਣ ਡਏ ਆ, ਤੇ ਇਹਨਾਂ ਦੇ ਵੀ ਪਰ ਮੰਨਣ ਤਾਂ ਸਹੀ। ਢੀਂਡਸਾ ਹੁਣੀ ਜਿੱਦਾਂ ਅੱਡ ਹੋਏ, ਉਹ ਤਾਂ ਅਜੇ ਵੀ ਡਟ ਕੇ ਵਿਰੋਧ ਕਰ ਰਹੇ। ਡਟ ਕੇ ਵਿਰੋਧ ਆ, ਉਹ ਜਿੰਨਾ ਸਾਰਾ ਪੈਨਲ ਹੈ ਸਾਰਾ ਕਾਂਗਰਸ ਦਾ। ਸ਼ੋਅ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਦੂਜੇ ਨੂੰ ਤੁਸੀਂ ਕਿਸੇ ਦੇ ਘਰ ਦੇ ਵਿੱਚ ਅੱਗ ਲੱਗੀ ਦੇਖ ਕੇ ਤਮਾਸ਼ਾ ਦੇਖਣ ਡਏ ਆ। ਤਾਂ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਚੰਗਾ ਹੋਣ ਡਿਆ ਸਿੱਧੂ ਵਾਲਾ, ਅਸੀਂ ਤਾਂ ਇਹ ਗੱਲ ਕਹਿੰਦੇ ਵੀ ਤੁਸੀਂ ਇਕੱਠੇ ਹੋ ਕੇ ਦਿਖਾਓ ਲੋਕਾਂ ਨੂੰ। ਤੁਸੀਂ 4.5 ਸਾਲ ਦਾ ਰੌਲਾ ਪਾ ਲਿਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਨਹੀਂ ਕੀਤਾ, ਤੁਸੀਂ ਅੱਜ ਸਰਕਾਰ ਵੀ ਚੇਂਜ ਕਰ ਲਈ, ਸਾਰਾ ਸਿਸਟਮ ਵੀ ਚੇਂਜ ਕਰ ਲਿਆ, ਤੇ ਰੌਲਾ ਤੁਹਾਡਾ ਅੱਜ ਫੇਰ ਉੱਥੇ ਖੜਾ। ਉਹੀ ਪੋਜੀਸ਼ਨ ਅੱਜ ਖੜੀ ਆ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਟੇਟ ਵਰਸਸ ਨਵਜੋਤ ਸਿੰਘ ਸਿੱਧੂ ਸੀ, ਅੱਜ ਚਰਨਜੀਤ ਸਿੰਘ ਚੰਨੀ ਸਟੇਟ ਵਰਸਸ ਨਵਜੋਤ ਸਿੰਘ ਸਿੱਧੂ ਆ। ਫਿਰ ਕਿੱਥੇ ਖੜੇ ਆ ਇਹ ਤਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਲੋਕਾਂ ਨੂੰ ਇਸ ਗੱਲ 'ਤੇ ਪੱਕੇ ਹੋਣਾ ਚਾਹੀਦਾ ਸਿਆਸੀ ਪਾਰਟੀਆਂ ਦੇ ਵਿੱਚ ਵੀ ਜਿਹੜਾ ਵਾਅਦਾ ਕਰਦੇ ਆ, ਚਾਹੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹਦੇ ਵਿੱਚ ਆਮ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਜਿਹੜਾ ਵਾਅਦਾ ਕਰਦੇ ਆ ਡਟ ਕੇ ਉਹਦੀ ਮੁਖਾਲਫਤ ਕਰਨ। ਵੀ ਜੇ ਇਹਨਾਂ ਨੇ ਨੌਜਵਾਨਾਂ ਨੂੰ ਲਾਰਾ ਲਾਇਆ ਵੀ ਘਰ ਘਰ ਤੁਹਾਨੂੰ ਨੌਕਰੀ ਦੇਵਾਂਗੇ, ਕਿਸਾਨਾਂ ਦਾ ਕਰਜ਼ ਮਾਫ ਕਰਾਂਗੇ, ਤੇ ਇਹਨਾਂ ਨੂੰ ਅੱਜ ਉਸ ਗੱਲ ਦਾ ਲੋਕਾਂ ਨੂੰ ਹਿਸਾਬ ਮੰਗਣਾ ਚਾਹੀਦਾ ਤੇ ਇਹਨਾਂ ਨੂੰ ਬਦਲ ਕੇ ਘਰ ਬਿਠਾ ਦੇਣਾ ਚਾਹੀਦਾ। ਤੇ ਗਾਂ ਤੋਂ ਇਹਨਾਂ ਨੂੰ ਅਹਿਸਾਸ ਹੋਵੇ ਵੀ ਅਸੀਂ ਝੂਠ ਬੋਲ ਕੇ ਲੋਕਾਂ ਦੇ ਵਿੱਚ ਗਏ ਸੀ ਤੇ ਸਾਨੂੰ ਉਸ ਗੱਲ ਦਾ ਖਮਿਆਜਾ ਭੁਗਤਣਾ ਪਿਆ। ਪੰਜਾਬ ਦਾ ਭਵਿੱਖ ਤਜਿੰਦਰ ਸਿੰਘ ਨਿੱਜਰ ਨੂੰ ਕੀ ਨਜ਼ਰ ਆ ਰਿਹਾ? ਭੁੱਖ ਇਹ ਹੀ ਆ, ਜਿੱਦਣ ਤੱਕ ਸਾਡਾ ਨੌਜਵਾਨ ਵਰਗ ਸੱਚ ਝੂਠ ਦੇ ਵਿੱਚੋਂ ਨਤਾਰਾ ਨਹੀਂ ਕਰੂਗਾ, ਕਹਿਣਾ ਪੈਣਾ। ਮੈਂ ਆਹ ਗੱਲਾਂ ਅੱਜ ਤੱਕ ਕਿਸੇ ਨਾਲ ਨਹੀਂ ਕੀਤੀਆਂ ਸੀ, ਕਿਉਂਕਿ ਹਰ ਇੱਕ ਬੰਦਾ ਡਰਦਾ ਯਾਰ ਕੀ ਲੈਣਾ ਮੰਤਰੀਆਂ ਵਿਰੁੱਧ ਬੋਲ ਕੇ। ਪਰ ਮੈਂ ਪਿੰਡ ਲੈਵਲ 'ਤੇ ਬੋਲਿਆ, ਮੈਂ ਉਹਦਾ ਖਮਿਆਜਾ ਵੀ ਝੱਲਿਆ।
ਜੋ ਪਰਚੇ ਹੋਣੇ ਸੀ ਹੋ ਗਏ, ਜਿਹਤੇ ਕਰਾਉਣੇ ਸੀ ਕਰਾ ਵੀ ਲੈ, ਮੈਨੂੰ ਕੋਈ ਆਪਣੇ ਆਪ ਤੇ ਗਿਲਾ ਨਹੀਂ ਇਸ ਗੱਲ ਦਾ। ਪਰ ਮਨ ਨੂੰ ਇੱਕ ਤਸੱਲੀ ਜ਼ਰੂਰ ਆ ਵੀ ਜੇ ਮੈਂ ਕੋਈ ਸਟੈਂਡ ਲਿਆ ਸੀ ਤਾਂ ਮੈਂ ਉੱਤੇ ਖਰਾ ਉਤਰ ਕੇ ਚੱਲਿਆ। ਤੇ ਨੌਜਵਾਨਾਂ ਨੂੰ ਵਾਕਈ ਜੋ ਸੱਚ ਆ, ਸੱਚ ਦੇ ਨਾਲ ਸੱਚ ਤੇ ਖੜੇ ਹੋਣ ਦੀ ਹਿੰਮਤ ਕਰਨੀ ਚਾਹੀਦੀ ਆ। ਜੋ ਅੱਜ ਦਾ ਸਮਾਂ ਚੱਲਣ ਡਿਆ, ਐਵੇਂ ਕੋਈ ਬਹਿਕਾਵੇ 'ਚ ਨਹੀਂ ਕਿਸੇ ਦੇ। ਜੋ ਤੁਹਾਨੂੰ ਚੰਗਾ ਲੱਗਦਾ ਵੀ ਹਾਂ ਆਹ ਸੱਚ ਆ, ਸੱਚ ਤੇ ਖੜਨਾ ਸਿੱਖੀਏ ਅਸੀਂ ਵੀ, ਇਹ ਆਪੇ ਰਾਜਨੇਤਾ ਚੇਂਜ ਹੋ ਜਾਣੇ। ਕਿਸਾਨ ਅੰਦੋਲਨ ਦੇ ਵਿੱਚ ਬੱਬੂ ਮਾਨ ਦੇ ਨਾਲ ਤੁਸੀਂ ਵੀ ਖਾਸੇ ਸਰਗਰਮ ਰਹੇ ਹੋ। ਜਦੋਂ ਬੱਬੂ ਮਾਨ ਸਟੇਜ ਤੇ ਜਾਂਦੇ ਨਜ਼ਰ ਆਉਂਦੇ ਰਹੇ, ਵੈਸੇ ਵੀ ਕਿਸਾਨ ਅੰਦੋਲਨ 'ਚ ਕਈ ਵਾਰ ਮੁਲਾਕਾਤ ਹੋਈ ਹੈ। ਇੱਕ ਚੀਜ਼ ਤੁਹਾਨੂੰ ਲੱਗਿਆ ਚੰਗੀ ਹੋ ਰਹੀ ਹੈ ਜਾਂ ਮਾੜੀ ਹੋ ਰਹੀ ਹੈ ਕਿ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ? ਸਿਆਸੀ ਲੀਡਰ ਜਾਂਦਾ ਪਿੰਡ ਦੇ ਵਿੱਚ, ਪਹਿਲਾਂ ਜਿਹੜੇ ਲੋਕ ਹੱਥ ਜੋੜ ਕੇ ਖੜੇ ਰਹਿੰਦੇ ਸੀ ਉਹੀ ਲੋਕ ਹੁਣ ਫੜ ਕੇ ਸਵਾਲ ਕਰ ਰਹੇ ਵੀ ਆਹ ਸਾਡਾ ਕੰਮ ਕਿਉਂ ਨਹੀਂ ਕੀਤਾ। ਇਹ ਵੀ ਇੱਕ ਚੇਂਜ ਮੰਨਦੇ ਹੋ ਇਸ ਚੀਜ਼ ਨੂੰ? ਬਹੁਤ ਚੰਗੀ ਗੱਲ ਹੈ ਜੀ, ਸਵਾਲ ਕਰਨਾ ਫਰਜ਼ ਬਣਦਾ। ਬਈ ਜਦੋਂ ਵੀ ਕੋਈ ਲੀਡਰ ਆਉਂਦਾ ਪਿੰਡ ਦੇ ਵਿੱਚ 2-4 ਨੌਜਵਾਨ ਇੱਦਾਂ ਦੇ ਵਧੀਆ ਅੱਗੇ ਵੀ ਹੁੰਦੇ ਸੀ, ਪਰ ਉਦੋਂ ਇਹ ਸੀ ਵੀ ਥੋੜ੍ਹਾ ਜਿਹਾ ਡਰ ਸੀ। ਉਦੋਂ ਜਿੱਦਾਂ ਜਿੱਦਾਂ ਹੁਣ ਸਮਾਂ ਬਦਲਦਾ, ਜਿਹੜਾ ਸੋਸ਼ਲ ਮੀਡੀਆ ਦਾ ਜਾਂ ਮੀਡੀਆ ਦਾ ਯੁੱਗ ਆਇਆ ਨਾ, ਇਹ ਇੰਨਾ ਪਹਿਲਾਂ ਹੈ ਨਹੀਂ ਸੀ। ਪਹਿਲਾਂ ਅਖਬਾਰਾਂ ਸੀ ਜ਼ਿਆਦਾ, ਅਖਬਾਰਾਂ ਦੇ ਵਿੱਚ ਇਹ ਹੁੰਦਾ ਸੀ ਖਬਰ ਇੱਕ ਦਿਨ ਲੱਗੀ ਮੁੜ ਕੇ ਖਤਮ। ਹੁਣ ਇਹ ਚੀਜ਼ ਤੁਹਾਡੇ ਰੋਜ਼ ਹੀ ਸਵੇਰ ਨੂੰ ਸਾਹਮਣੇ ਆ ਜਾਂਦੀ ਆ। ਤਾਂ ਹਰ ਇੱਕ ਬੰਦਾ ਆਪਣੇ ਆਪ 'ਚ ਚੇਂਜ ਲਿਆਇਆ। ਨੌਜਵਾਨ ਜਿੰਨਾ ਸਾਡਾ ਕਹਿ ਸਕਦੇ ਆ ਵੀ ਬਹੁਤ ਥੋੜ੍ਹਾ ਨਹੀਂ, ਵੱਡੇ ਪੱਧਰ 'ਤੇ ਬਦਲਾਅ ਆਇਆ ਨੌਜਵਾਨਾਂ ਦੇ ਵਿੱਚ ਵੀ ਪਿੰਡੋਂ ਪਿੰਡੀ ਸਵਾਲ ਹੋਣ ਲੱਗ ਪਿਆ। ਇਹ ਗਾਂ ਤੋਂ ਪੋਲੀਟੀਕਲ ਲਈ ਬਹੁਤ ਵਧੀਆ ਸਾਡੇ ਲਈ ਇਹ ਗੱਲ ਹੋ ਜਾਣੀ ਵੀ ਪੋਲੀਟੀਕਲ ਬੰਦੇ ਗਾਂ ਤੋਂ ਗੱਲ ਕਹਿਣ ਲੱਗੇ 100 ਵਾਰੀ ਸੋਚਣਗੇ ਵੀ ਇਹ ਗੱਲ ਹੁਣ ਇੱਦਾਂ ਹੀ ਰਫਾ ਦਫਾ ਨਹੀਂ ਹੋਣੀ, ਇਹਦਾ ਜਵਾਬ ਦੇਣਾ ਪਿਆ ਕਰਨਾ। ਤੇ ਅੱਜ ਭੱਜਣ ਵੀ ਉਹੀ ਡਏ ਆ। ਤੁਸੀਂ ਦੇਖਿਆ ਸਿਰਫ ਇਹ ਜਿਹੜੀ ਝੂਠ ਦੀ ਰਾਜਨੀਤੀ ਹੈ ਵੀ ਇੱਕ ਦੂਜੇ ਨੂੰ ਭੰਡਣਾ। ਹੁਣ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਜਿੱਦਣ ਦਾ ਕਿਸਾਨੀ ਅੰਦੋਲਨ ਚੱਲਿਆ, ਕਾਂਗਰਸ ਵਾਲਿਆਂ ਨੇ ਜਾ ਕੇ ਆਪਣਾ ਤੰਬੂ ਲਾ ਲਿਆ। ਉਹ ਆਪਣਾ ਰੌਲਾ ਪਾਈ ਜਾਂਦੇ, ਪਰ ਤੁਸੀਂ ਇੱਕ ਗੱਲ ਦੇ ਵਿੱਚ ਜਿਹੜੀ ਗੱਲ ਚੰਗੀ ਹੋਈ ਹੈ, ਚੰਗੀ ਨੂੰ ਤਾਂ ਚੰਗੀ ਕਹਿਣਾ ਸਿੱਖੋ। ਸਾਡੇ ਪੰਜਾਬ ਤੋਂ ਗਾਂਹ ਕਿਸੇ ਨੇ ਸਾਡੀ ਆਵਾਜ਼ ਨਹੀਂ ਚੱਕੀ ਸਾਡੇ ਚੈਨਲਾਂ ਤੋਂ ਬਿਨਾਂ। ਜਿੱਦਣ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ, ਤੁਸੀਂ ਇਸ ਗੱਲ ਨੂੰ ਤਾਂ ਮੰਨਦੇ ਆ ਵੀ ਇੱਕ ਵਾਰੀ ਉਸ ਲੋਕ ਸਭਾ ਦੇ ਵਿੱਚ ਕੜਮੱਸ ਪੈ ਗਿਆ ਇਸ ਗੱਲ ਲਈ ਵੀ ਪਾਰਟੀਆਂ ਦੇ ਵਿੱਚ ਅਫੜਾ ਦਫੜੀ ਸ਼ੁਰੂ ਹੋ ਗਈ ਵੀ ਇੱਕ ਕੇਂਦਰੀ ਵਜ਼ੀਰ ਨੇ ਅਸਤੀਫਾ ਦੇਣਾ। ਬਹੁਤ ਵੱਡੀ ਗੱਲ ਸੀ, ਚੰਗਾ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਤੱਕ ਆਪਣਾ ਫਰਜ਼ ਬਣਦਾ ਸੀ ਉਹ ਅਦਾ ਕੀਤਾ, ਕਿਉਂਕਿ ਪਹਿਲਾਂ ਭਾਈਵਾਲ ਪਾਰਟੀ ਸੀ। ਇਹ ਤੋਂ ਮੁਨਕਰ ਤਾਂ ਨਹੀਂ ਹੋ ਸਕਦੇ। ਲੋਕ ਕਹਿੰਦੇ ਕਿ ਪਹਿਲਾਂ ਤਾਂ ਪ੍ਰਚਾਰ ਪ੍ਰਸਾਰ ਕਰਦੇ ਕਾਨੂੰਨ ਬਹੁਤ ਚੰਗੇ ਨੇ। ਮੈਂ ਕਹਾਂ ਜੀ ਚਾਹੇ ਡਰਦੇ ਕਹਿ ਲਓ ਚਾਹੇ ਕੁਛ ਕਹਿ ਲਓ, ਪਰ ਖੜੋਏ ਤਾਂ ਕਿ ਆਪਣੇ ਕਿਸਾਨਾਂ ਦੇ ਹੱਕ 'ਚ ਆ। ਚਾਹੇ ਕਹਿ ਦਿਓ ਕਿਸਾਨਾਂ ਤੋਂ ਡਰਦੇ ਹੋਏ ਆ, ਕਿਉਂਕਿ ਪਹਿਲਾਂ ਭਾਈਵਾਲ ਪਾਰਟੀ ਸੀ। ਅੱਜ JGP ਦਾ ਉੱਥੇ ਗੱਠ ਜੋੜਿਆ, ਉਹਨਾਂ ਨਹੀਂ ਛੱਡਿਆ, ਉਹ ਉਪ ਮੁੱਖ ਮੰਤਰੀ ਬਣੇ ਬੈਠੇ ਆ। ਤੁਸੀਂ ਦੱਸੋ ਉਹਨਾਂ ਨੂੰ ਕਿਸੇ ਨੇ ਕੀ ਕਹਿ ਲਿਆ? ਅੱਜ ਵੀ ਉਹ ਉਪ ਮੁੱਖ ਮੰਤਰੀ ਆ। ਇਹਨਾਂ ਨੇ ਆਵਾਜ਼ ਤਾਂ ਸੁਣੀ ਹੈ ਨਾ ਇਸ ਗੱਲ ਦੀ। ਆਪਾਂ ਇਹ ਗੱਲ ਕਹਿ ਸਕਦੇ ਇਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਵੀ ਸਾਡੇ ਕਿਸਾਨ ਭਰਾ ਖੜੇ ਆ, ਇਹਨਾਂ ਦੀ ਮੰਗ ਆ ਅੱਜ ਵੀ ਉਹਨਾਂ ਨੂੰ ਛੱਡੋ ਪਾਰਟੀ ਵਾਲਿਆਂ ਨੂੰ। ਤਾਂ ਅਸਤੀਫਾ ਵੀ ਦਿੱਤਾ ਤੇ ਨਾਲ ਗੱਠਜੋੜ ਵੀ ਤੋੜਿਆ। ਪਰ ਜਿਹੜੇ ਲੋਕੀ ਇੱਕ ਨੈਗੇਟਿਵ ਨਹੀਂ ਹੁੰਦੇ ਸੋਚ ਵਾਲੇ ਵੀ ਉਹ ਨੈਗੇਟਿਵ ਹੀ ਬੋਲਣਾ, ਕੁਛ ਚੰਗਾ ਕਰ ਲਓ ਕੁਛ ਕਰ ਲਓ, ਪਰ ਉਹਨਾਂ ਨੇ ਇਹ ਗੱਲ ਕਹਿਣਾ ਨਹੀਂ ਇਹ ਨਹੀਂ ਬੰਦੇ। ਪਰ ਸੱਚਾਈ ਤੇ ਇਹ ਗੱਲ ਰੱਖੋ ਨਾ, ਸੱਚ ਨੂੰ ਤਾਂ ਸੱਚ ਕਹਿਣ ਦੀ ਹਿੰਮਤ ਰੱਖੋ ਤੁਸੀਂ ਵੀ ਜੇ ਪਹਿਲਾਂ ਨਾਲ ਸੀ ਤਾਂ ਵਿਰੋਧਤਾ ਵੀ ਕੀਤੀ ਆ। ਚਲੋ ਹੁਣ ਇਸ ਮੁੱਦੇ ਤੇ ਮੈਨੂੰ ਦੱਸੋ, ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਇਲੈਕਸ਼ਨ ਬਹੁਤ ਨਜ਼ਦੀਕ ਨੇ। ਕਿਹੜੇ ਮੁੱਦੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਲੋਕਾਂ ਦੇ ਵਿੱਚ ਜਾਣ, ਜਾਂ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਮਹਿਸੂਸ ਹੁੰਦੀ ਹੈ ਵੀ ਆਹ ਮੁੱਦਿਆਂ ਤੇ ਗੱਲ ਹੋਵੇ ਤਾਂ ਉਸ ਪਾਰਟੀ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ? XYZ ਕਿਸੇ ਵੀ ਪਾਰਟੀ ਬੇਸ਼ੱਕ ਕੋਈ ਵੀ ਹੋਵੇ। ਦੇਖੋ ਮਹਿੰਗਾਈ ਦਾ ਤੁਸੀਂ ਆਪ ਦੇਖ ਲਿਆ ਵੀ ਇਕੱਲਾ ਪੈਟਰੋਲ ਡੀਜ਼ਲ ਦਾ ਨਹੀਂ ਆਪਾਂ ਗੱਲ ਕਰ ਸਕਦੇ। ਘਰ ਦੀਆਂ ਰਸੋਈ ਗੈਸਾਂ ਤੁਸੀਂ ਜਿੱਥੇ 920-25 ਰੁਪਈਏ ਵੀ ਪਹਿਲਾਂ ਲੋਕਾਂ ਨੂੰ ਦੇਣੇ ਔਖੇ ਸੀ, ਹੁਣ ਉਹ ਵੀ ਵੱਧ ਕੇ ਗਾਂਹ। ਕਿਹੜੀ ਚੀਜ਼ ਮੈਂ ਕਹਿ ਲਵਾਂ ਮਹਿੰਗਾਈ ਪੱਖੋਂ ਸਰਕਾਰ ਨੇ ਤਾਂ ਕੰਨਾਂ 'ਚ ਰੂੰ ਦੇ ਲਿਆ। ਕੇਂਦਰ ਨੇ ਵੱਖਰਾ, ਪੰਜਾਬ ਸਰਕਾਰ ਨੇ ਵੱਖਰਾ। ਪੈਟਰੋਲ 'ਤੇ ਅਸੀਂ ਜਿਹੜੀ ਚੀਜ਼ ਸਾਨੂੰ ਪਿੱਛੋਂ 35 ਰੁਪਏ ਜਾਂ 36 ਰੁਪਏ ਦੀ ਪੈਂਦੀ ਆ, ਉਹੋ ਹੀ ਇਹਨਾਂ ਦਾ ਦੁੱਗਣਾ ਆਪਣਾ ਟੈਕਸ ਓਨਾ ਹੀ ਸੇਮ ਜਿੰਨੇ ਦੀ ਸਾਨੂੰ ਚੀਜ਼ ਪਿੱਛੋਂ ਬਾਹਰੋਂ ਅਸੀਂ ਦਰਾਮਦ ਕਰਦੇ ਹਾਂ। ਜੇ ਮੰਨ ਲਓ 40 ਰੁਪਏ ਅਸੀਂ ਬਾਹਰੋਂ ਲੈਂਦੇ ਹਾਂ ਪੈਟਰੋਲ, ਤੇ 40 ਕੇਂਦਰ ਦਾ ਤੇ 40 ਪੰਜਾਬ ਦਾ ਵੈਟ, ਇਹ ਆਪਣਾ ਲਾ ਕੇ ਉਹੋ ਹੀ ਰੇਟ ਵਧੇ ਸਾਡੇ ਅੱਜ ਤੱਕ ਅਸੀਂ ਤਾਬੇ ਨਹੀਂ ਆਉਣ ਡੇ। ਜੇ ਇਹੀ ਮਨ ਸੋਚਣ ਵੀ ਜਦੋਂ ਤਾਂ ਆਪੋਜੀਸ਼ਨ 'ਚ ਹੁੰਨੇ ਤੁਸੀਂ ਗਲਾਂ 'ਚ ਕਦੇ ਗੰਢੇ ਪਾ ਲੈਂਦੇ, ਕਦੇ ਟਮਾਟਰ ਪਾ ਲੈਂਦੇ, ਮਹਿੰਗਾਈ ਦੇ ਢੰਡੋਰੇ ਪੱਟਦੇ ਆ, ਤੇ ਜਦੋਂ ਤੁਸੀਂ ਸਰਕਾਰ 'ਚ ਆ ਜਾਂਦੇ ਫਿਰ ਤੁਹਾਨੂੰ ਦਿਖਣਾ ਭੁੱਲ ਜਾਂਦਾ ਵੀ ਮਹਿੰਗਾਈ ਕੀ ਚੀਜ਼ ਆ। BJP ਵਾਲਿਆਂ ਦਾ ਮੈਨੂੰ ਚੇਤਾ ਕਦੇ ਖੋਤਿਆਂ 'ਤੇ ਚੜ੍ਹੇ ਫਿਰਦੇ ਸੀ,
ਕਦੇ ਰੇੜੀਆਂ ਤੇ ਚੜੇ ਫਿਰਦੇ ਸੀ। ਇਹ ਹਾਲਾਤ ਕਾਂਗਰਸ ਵਾਲਿਆਂ ਦੇ ਸੀ ਵੀ ਮਹਿੰਗਾਈ। ਹੁਣ ਤੁਹਾਨੂੰ ਕਿਉਂ ਨਹੀਂ ਦੱਸਦੀ ਵੀ ਤੁਸੀਂ ਲੋਕਾਂ ਦੇ ਜ਼ਮੀਨੀ ਪੱਧਰ ਤੇ ਜਾ ਕੇ ਦੇਖੋ ਸਹੀ। ਕਮ ਸੇ ਕਮ ਲੋਕਾਂ ਨੂੰ ਉਹ ਲੀਡਰ ਚੁਣਨੇ ਚਾਹੀਦੇ ਆ ਜਿਹੜੇ ਬਿਲਕੁਲ ਜ਼ਮੀਨ ਨਾਲ ਜੁੜੇ ਹੋਣ। ਜਿਹੜਾ ਕੋਈ ਪਿੰਡ ਦੀ ਸਰਪੰਚੀ ਜਾਂ ਨਗਰ ਕੌਂਸਲ ਦੀ ਇਲੈਕਸ਼ਨ ਲੜਿਆ ਹੋਵੇ, ਉੱਦਾਂ ਦਾ ਲੀਡਰ ਚੁਣੋ ਜੇ ਇਹਨੂੰ ਪਤਾ ਹੋਵੇ ਵੀ ਮੁੱਦੇ ਕੀ ਆ। ਇਹ ਨਹੀਂ ਵੀ ਤੁਸੀਂ ਜਾ ਕੇ ਆਪਣੇ ਲੀਡਰ ਨੂੰ ਦੱਸੋ ਵੀ ਅੱਜ ਗੰਢੇ ਇੰਨੇ ਨੂੰ ਹੋ ਗਿਆ ਜੀ, ਆਲੂ ਅੱਜ ਇੰਨੇ ਨੂੰ ਆ। ਮੁੱਦਿਆਂ ਦੀ ਮੈਂ ਗੱਲ ਕਰਾਂ ਤਾਂ ਕਿਹੜੇ ਮੁੱਦੇ ਹੋਣ ਜਿਹੜੇ ਤੁਹਾਨੂੰ ਲੱਗਦਾ ਕਿ ਆ ਮੁੱਦੇ ਚੁੱਕੇ ਜਾਣੇ ਚਾਹੀਦੇ ਆ, ਪੰਜਾਬ ਦੇ ਮੁੱਦੇ ਆ, ਹਾਈਲਾਈਟ ਹੋਣੇ ਚਾਹੀਦੇ ਆ, ਇਹਨਾਂ ਮੁੱਦਿਆਂ ਤੇ ਇਲੈਕਸ਼ਨ ਲੜੇ ਜਾਣੇ ਚਾਹੀਦੇ? ਕਿਹੜੇ ਮੁੱਦੇ ਲੱਗਦੇ? ਦੇਖੋ, ਸਭ ਤੋਂ ਵੱਡਾ ਤਾਂ ਹੈਗਾ ਬੇਰੁਜ਼ਗਾਰੀ ਦਾ। ਸਾਡੇ ਨੌਜਵਾਨਾਂ ਦਾ ਜਿਹੜਾ ਵਿਦੇਸ਼ ਵੱਲ ਨੂੰ ਰੁੱਖ ਕਰਨਾ, ਉਹ ਸਭ ਤੋਂ ਵੱਡਾ ਕਾਰਨ ਹੀ ਇਹ ਆ ਵੀ ਇੱਥੇ ਜਿਹੜਾ ਬੇਰੁਜ਼ਗਾਰੀ ਆ ਬਹੁਤ ਲੋੜ ਤੋਂ ਵੱਧ ਆ। ਕਿਉਂਕਿ ਹਾਲੇ ਪੰਜਾਬ ਤੇ ਇਹੋ ਜਿਹਾ ਸੂਬਾ ਆ ਸਾਡਾ ਵੀ ਅਸੀਂ ਖੇਤੀ ਪ੍ਰਧਾਨ ਸੂਬਾ ਸਾਡਾ, ਵੀ ਅਸੀਂ ਖੇਤੀ ਨਾਲ ਜੁੜੇ ਆ। ਪਰ ਜਿਹੜੀ ਹਕੀਕਤ ਜਾਣੀਏ ਤੇ ਸਾਡੀ 10 ਰੁਪਈਏ ਦਿਹਾੜੀ ਵੀ ਨਹੀਂ ਪੈਂਦੀ। ਖੇਤੀ ਨਾਲ ਜੁੜੇ ਬੰਦੇ ਦੀ 10 ਰੁਪਈਆ ਦਿਹਾੜੀ ਵੀ ਨਹੀਂ ਪੈਂਦੀ। ਘਰ ਦੇ 5 ਜੀ ਆ, ਸਾਰੀ ਦਿਹਾੜੀ ਉਸੇ ਗੱਲ 'ਚ ਹੀ ਆਪਾਂ ਗੁੱਛਮ ਗੁੱਛਾ ਹੋਏ ਰਹਿੰਦੇ। ਬੀਬੀਆਂ ਦਾ, ਘਰ ਦੀਆਂ ਦਾ ਲੰਗਰ ਪਕਾਉਣਾ ਜਾਂ ਘਰ ਦਾ ਕੰਮ ਕਰਨਾ ਕਿਸੇ ਅਰਥ 'ਚ ਨਹੀਂ ਗਿਣਿਆ ਜਾਂਦਾ। ਆਪਣੇ ਬੰਦਿਆਂ ਦਾ ਖੇਤਾਂ 'ਚ ਜਾ ਕੇ ਕੰਮ ਕਰਨਾ ਕਿਸੇ ਅਰਥ 'ਚ ਨਹੀਂ ਗਿਣਿਆ ਜਾਂਦਾ। ਉਹ ਸਿਰਫ ਫਸਲ ਦੇ ਤਹਿ ਮੁੱਲ 'ਤੇ ਡਿਪੈਂਡਡ ਆ ਅਸੀਂ। ਕਿਹੜੇ ਮੁੱਦੇ ਨੇ? ਜੇ ਆਪਾਂ ਇੱਕ ਗੱਲ ਪਾਸੇ ਫਸਲ ਦਾ ਲਾ ਲਈਏ, ਦੂਜੇ ਪਾਸੇ ਜਿਹੜੀ ਮਹਿੰਗਾਈ ਦੀ ਆਪਾਂ ਪਹਿਲਾਂ ਗੱਲ ਕੀਤੀ ਆ, ਨਸ਼ਾ ਸਭ ਤੋਂ ਵੱਡਾ ਆਪਣਾ ਮੁੱਦਾ ਪੰਜਾਬ ਦਾ। ਇਹ ਜਿਹੜੇ ਆ ਬਿਜਲੀ ਸਮਝੌਤੇ ਆ, ਆਪਾਂ ਰੱਦ ਕਰਨ ਦੀਆਂ ਗੱਲਾਂ ਕਰਦੇ ਆ। ਜੇ ਰੱਦ ਕਰਨੇ ਤਾਂ ਕਰੋ, ਲਿਆ ਕੇ ਦਿਓ। ਤੁਸੀਂ ਕਿਹਾ ਵੀ 3 ਰੁਪਏ ਯੂਨਿਟ ਨੂੰ ਬਿਜਲੀ ਦੇਵਾਂਗੇ ਤਾਂ ਅੱਜ ਦੇਣੀ ਬਣਦੀ ਆ, ਜਾਂ ਤਾਂ ਕਹੋ ਨਾ ਜਾਂ ਕਰਕੇ ਦਿਖਾਓ। ਇਹ ਬੜੇ ਭਾਰੂ ਮੁੱਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਇਦੋਂ ਵੀ ਤਾਂ ਨੂੰ ਜਾਣੇ ਆ, ਕਿਉਂਕਿ ਮਹਿੰਗਾਈ ਜਿਹੜੀ ਦਰ ਆ ਇਹ ਦਿਨੋਂ ਦਿਨ ਵੱਧ ਰਹੀ ਆ। ਅਤੇ ਗਾਂਹ ਵਾਲੀ ਇਲੈਕਸ਼ਨ ਸੋਚ ਸਮਝ ਕੇ ਆਪਣੀਆਂ ਗੱਲਾਂ ਦੇ ਵਿੱਚ ਲਿਆਉਣ, ਲੋਕਾਂ ਨੂੰ ਉਹੀ ਵਾਅਦਾ ਕਰਨ ਜਿਹੜਾ ਪੂਰਾ ਕਰ ਸਕਦੇ। ਕਿਉਂਕਿ ਗਰੀਬ ਵਰਗ ਜਿਹੜਾ ਨਾ, ਜਦੋਂ ਤੁਸੀਂ ਕਿਸੇ ਦਾ ਮਨ ਤੋੜਦੇ ਆ, ਉਹਦਾ ਦਿਲ ਹੀ ਦੱਸ ਸਕਦਾ ਵੀ ਕਿਸੇ ਨਾਲ ਕੀ ਬੀਤਦੀ ਹੈ। ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਾਂ, ਅਤੇ ਜਿਹੜਾ ਨੋਰਮਲ ਪਰਿਵਾਰ ਆ ਜਿਹਦਾ ਕੋਈ ਹੋਰ ਸਾਧਨ ਹੀ ਹੈ ਨਹੀਂ, ਉਹ ਤੁਹਾਡੇ 'ਤੇ ਇੱਕ ਆਸ ਲਾ ਸਕਦਾ ਵੀ ਨਹੀਂ ਅਸੀਂ ਚੰਗੇ MLA ਨੂੰ ਵੋਟ ਪਾਈ ਆ, ਸਾਨੂੰ ਚੰਗਾ ਰਿਜ਼ਲਟ ਮਿਲੂ, ਤਾਂ ਉਹਨੂੰ ਵਿਚਾਰੇ ਨੂੰ ਮੁੜ ਕੇ ਕੁਛ ਵੀ ਨਹੀਂ ਮਿਲਦਾ। ਉਹਦਾ ਹਾਲ ਸੁਣੋ ਵੀ ਉਹਦੀ ਬਦਸੀਸ ਜਿਹੜੀ ਆ ਉਹ ਇੱਦਾਂ ਦੀਆਂ ਬਦਸੀਸਾਂ 'ਚੋਂ ਬਚਣ। ਇਹ ਮੇਰਾ ਅਖੀਰਲਾ ਸਵਾਲ ਆ, ਤਜਿੰਦਰ ਸਿੰਘ ਨਿੱਜਰ ਚਾਹੁੰਦਾ ਇਲੈਕਸ਼ਨ ਲੜਨ ਦੀ ਹੈਗੀ ਇੱਛਾ? ਦੇਖੋ, ਪਹਿਲਾਂ ਨਹੀਂ ਸੀ ਸਿਆਸਤ ਦੇ ਵਿੱਚ ਕੋਈ, ਪਰ ਜਦੋਂ ਦੇ ਸਿਆਸਤ ਦੇ ਵਿੱਚ ਆ ਗਏ ਆ ਫਿਰ ਜ਼ਰੂਰ ਆ ਵੀ ਕੰਮ ਕਰਕੇ, ਵੀ ਇਹ ਨਹੀਂ ਵੀ ਮਿਹਨਤਾਲਾ ਕਰਕੇ ਜਾਂ ਆਪਾਂ ਸਿਫਾਰਸ਼ਾਂ ਵਾਲੇ ਨਾ ਪਾਸੇ ਨੂੰ ਨਾ, ਕੰਮ ਕਰਕੇ ਅੱਗੇ ਆਈਏ। ਲੋਕਾਂ ਨੂੰ ਲੱਗੇ ਵੀ ਹਾਂ ਇਹ ਕੋਈ ਕਰ ਸਕਦਾ ਤੇ ਫਿਰ ਜ਼ਰੂਰ ਆਵਾਂਗੇ। ਜੇ ਨਹੀਂ ਲੱਗੂਗਾ ਤੇ ਫਿਰ ਕਦੇ ਵੀ ਨਹੀਂ। ਫਿਰ ਜਿੱਥੇ ਤੱਕ ਹੈਗੇ ਆ ਗੁਰੂ ਮਹਾਰਾਜ ਜੀ, ਇੱਥੇ ਤੱਕ ਹੀ ਠੀਕ ਆ, ਮਨ ਸੰਤੁਸ਼ਟ ਆ। ਕਿਉਂਕਿ ਪਰਿਵਾਰ ਕੋਈ ਪਿੱਛੇ ਇਹ ਨਹੀਂ ਸੀ ਵੀ ਸਾਡੇ ਬਜ਼ੁਰਗ MLA ਸੀ ਮੈਂ ਗਾਂ MLA ਹੀ ਬਣਨਾ। ਸਾਡੇ ਬਜ਼ੁਰਗ ਤਾਂ ਸਰਪੰਚੀ ਤੱਕ ਸੀਮਤ ਰਹੇ ਆ। ਅਸੀਂ ਜੇ ਇੱਥੇ ਤੱਕ ਵੀ ਆ ਗਏ ਤਾਂ ਆਪਣੇ ਆਪ 'ਚ ਸੰਤੁਸ਼ਟ ਆ। ਕੋਈ ਮਨ 'ਚ ਲਾਲਸਾ ਨਹੀਂ ਵੀ MLA ਬਣੀਏ। ਇਹ ਤਾਂ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਗਾਂ ਨਿਆਣੇ ਪਹਿਲਾਂ ਬਜ਼ੁਰਗ MLA ਰਹੇ ਹੁੰਦੇ ਆ, ਮੰਤਰੀਸ਼ਿਪ ਹੁੰਦੀ ਆ, ਫਿਰ ਉਹਨਾਂ ਤੋਂ ਦੇਖ ਨਹੀਂ ਹੁੰਦਾ, ਫਿਰ ਉਹਨਾਂ ਦੇ ਮਨ 'ਚ ਆ ਜਾਂਦਾ ਵੀ ਨਹੀਂ MLA ਹੀ ਬਣਨਾ। ਪਰ ਲੋਕੀ ਇਹ ਚੀਜ਼ਾਂ ਛੱਡਣ, ਬਈ ਇਹ ਚੀਜ਼ਾਂ ਤਿਆਗਣ, ਵੀ ਜਿਹੜਾ ਗਰਾਊਂਡ ਨਾਲ ਜੁੜਿਆ ਕੋਈ ਬੰਦਾ ਜਿਹੜਾ ਚੰਗਾ। ਮੈਂ ਆਪਣੀ ਗੱਲ ਨਹੀਂ ਕਰਦਾ, ਮੈਂ ਹਰ ਇੱਕ ਨੌਜਵਾਨ ਉਸ ਦੀ ਗੱਲ ਕਰਦਾ ਜਿਹੜਾ ਮੁੱਦਿਆਂ ਨਾਲ ਜੁੜਿਆ, ਚਾਹੇ ਉਹ ਪਿੰਡ ਦਾ ਸਰਪੰਚ ਆ, ਚਾਹੇ ਉਹ ਨਗਰ ਕੌਂਸਲ ਦਾ ਕੋਈ ਮੈਂਬਰ ਆ, ਚਾਹੇ ਕੌਂਸਲਰ ਆ। ਉੱਦਾਂ ਦਾ ਬੰਦਾ ਲਿਆਓ ਜਿਹੜਾ ਥੱਲੇ ਜ਼ਮੀਨ ਪੱਧਰ 'ਤੇ ਲੋਕਾਂ ਨੂੰ ਦੁੱਖ ਸਮਝਦਾ ਹੋਵੇ। ਬਹੁਤ ਧੰਨਵਾਦ। ਥੈਂਕ ਯੂ। ਸੋ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਜਰ ਸਾਡੇ ਨਾਲ ਸੀ। ਗੱਲਬਾਤ ਕੀਤੀ ਹੈ ਤਮਾਮ ਮੁੱਦਿਆਂ ਨੂੰ ਲੈ ਕੇ, ਜਿਹੜੀਆਂ ਚੀਜ਼ਾਂ ਇਹਨਾਂ ਨੇ ਹੰਡਾਈਆਂ ਨੇ, ਉਹ ਕਿੱਸੇ ਵੀ ਇਹਨਾਂ ਨੇ ਦੱਸੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਕਾਂਗਰਸ ਸਰਕਾਰ ਦੇ ਮੰਤਰੀ ਨਹੀਂ ਕਰਾ ਸਕੇ, ਉਹ ਇੱਕ ਚਪੜਾਸੀ ਨੇ ਕਰਾਤਾ। ਰਿਸ਼ਵਤ ਲੈ ਕੇ ਕਿਸ ਤਰੀਕੇ ਨਾਲ ਕੰਮ ਹੁੰਦੇ ਆ, ਪਰਚਾ ਪੋਲਿਟਿਕਸ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ, ਤਮਾਮ ਚੀਜ਼ਾਂ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ। ਔਰ ਇਸ ਦੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਾਰਟੀ ਬੇਸ਼ੱਕ ਕੋਈ ਵੀ ਹੋਵੇ, ਭਾਵੇਂ ਜਿਸ ਪਾਰਟੀ ਨਾਲ ਜੁੜਿਆ ਜਾਂ ਫਿਰ ਦੂਸਰੀਆਂ ਪਾਰਟੀਆਂ ਨੇ, ਤਮਾਮ ਪਾਰਟੀਆਂ ਉਹੀ ਵਾਅਦੇ ਲੈ ਕੇ, ਉਹੀ ਗੱਲਾਂ ਲੈ ਕੇ ਲੋਕਾਂ ਦੇ ਵਿੱਚ ਜਾਣ ਜਿਹੜੇ ਵਾਅਦੇ ਉਹ ਪੂਰੇ ਕਰ ਸਕਣ। ਕਿਉਂਕਿ ਚੋਣ ਜਦੋਂ ਨੇੜੇ ਆਉਂਦੇ ਆ ਤਾਂ ਵਾਅਦੇ ਬਹੁਤ ਵੱਡੇ ਲੋਕਾਂ ਦੇ ਨਾਲ ਕੀਤੇ ਜਾਂਦੇ ਆ, ਪਰ ਉਸ ਤੋਂ ਬਾਅਦ ਉਹ ਵਾਅਦੇ ਵਫਾ ਨਹੀਂ ਹੁੰਦੇ, ਲੋਕਾਂ ਦਾ ਮਨ ਟੁੱਟਦਾ। ਇਸੇ ਕਰਕੇ ਹੁਣ ਚਾਹੀਦਾ ਕਿ ਪੰਜਾਬ ਦੀ ਜੋ ਸਿਚੁਏਸ਼ਨ ਹੈ, ਬਹੁਤ ਨਾਜ਼ੁਕ ਸਿਚੁਏਸ਼ਨ ਹੈ ਪੰਜਾਬ ਦੀ। ਸੋ ਪੰਜਾਬ ਨੂੰ ਇਹੋ ਜਿਹੇ ਲੀਡਰ ਚਾਹੀਦੇ, ਇਹੋ ਜਿਹੇ ਸਿਆਸਤਦਾਨ ਚਾਹੀਦੇ ਆ ਜਿਹੜੇ ਪੰਜਾਬ ਦੇ ਆਮ ਵਰਗ ਦਾ, ਮਿਡਲ ਕਲਾਸ ਲੋਕਾਂ ਦਾ, ਸਭ ਦਾ ਖਿਆਲ ਰੱਖ ਕੇ ਉਹੀ ਵਾਅਦੇ ਕਰਨ ਜਿਹੜੇ ਉਹਨਾਂ ਦੇ ਨਾਲ ਨਿਭਾ ਵੀ ਸਕਣ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਜਲੰਧਰ।